सो प्रदीप भाजी बैठे आ, दलजीत भैन जी बैठे आ। भाजी किन्ना चिर पहला तुहाडा इलाज होया? इलाज तो ਜਿਹੜੇ ਤੁਸੀਂ ਗਲੂਕੋਜ਼ ਵਾਲੇ ਦੱਸ ਰਹੇ ਸੀ ਉਹ ਤਾਂ ਬਹੁਤ ਦੇਰ ਦਾ ਚੱਲ ਰਿਹਾ ਸੀ, 15 ਸਾਲ ਦਾ। 15 ਸਾਲ ਦਾ। ਐਕਚੁਅਲ ਮੈਨੂੰ ਰਿਕਵਰੀ 'ਚ 7.5 ਸਾਲ ਤਕਰੀਬਨ ਹੋ ਗਏ ਆ। ਵੈਰੀ ਗੁੱਡ, ਵੈਰੀ ਗੁੱਡ। ਵੀਰੇ ਅੱਗੇ ਆ ਜਾਓ, ਅੱਗੇ ਆ ਜਾਓ, ਆ ਜਾਓ, ਆ ਜਾਓ, ਅੱਗੇ ਆ ਜਾਓ। ਤੁਸੀਂ ਵੀ ਆ ਜਾਓ ਅੱਗੇ, ਅੱਗੇ ਆ ਜਾਓ, ਆ ਜਾਓ, ਅੱਗੇ ਆ ਜਾਓ। ਦੱਸੋ ਜੀ ਆਪਣੇ ਬਾਰੇ ਦੱਸੋ ਕੁਛ। 7.5 ਸਾਲ ਹੋ ਗਏ ਤੁਸੀਂ ਰਿਕਵਰੀ ਜੀ, ਇਹ ਪ੍ਰਮਾਤਮਾ ਦੀ ਕਿਰਪਾ। ਤੇ ਹੁਣ ਕਿਉਂ ਆ ਰਹੇ ਜੀ? ਸਾਨੂੰ ਇਸ ਗੱਲ ਦਾ ਜਵਾਬ ਦਿਓ, ਹੁਣ ਕਿਉਂ ਆ ਰਹੇ ਜੀ? ਦੇਖੋ ਜੀ, ਹੁਣ ਪਹਿਲਾਂ ਤਾਂ ਜ਼ਬਰਦਸਤੀ ਲਿਆਂਦਾ ਗਿਆ ਸੀ। ਅੱਛਾ। ਉਦੋਂ ਆਉਣ ਨੂੰ ਵੀ ਤਿਆਰ ਨਹੀਂ ਸੀ। ਅੱਛਾ। ਤੇ ਹੁਣ ਇਹ ਹੈ ਵੀ ਆਪ ਨੂੰ ਲੋੜ ਸਮਝ ਆ ਰਹੀ ਹੈ ਵੀ ਜੇ ਤਾਂ ਬਚੇ ਰਹਿਣਾ, ਠੀਕ ਹੈ, ਤੇ ਆਉਂਦੇ ਰਹੀਏ। ਠੀਕ ਹੈ। ਜਦੋਂ ਮੈਂ ਬਿਮਾਰ ਸੀ ਮੇਰੀ ਬਹੁਤ ਤੁਸੀਂ ਮਦਦ ਕੀਤੀ, ਵਾਲੀਆ ਸਾਹਿਬ ਨੇ ਮਦਦ ਕੀਤੀ, ਡਾਕਟਰ ਸਾਹਿਬ ਨੇ ਕੀਤੀ, ਤੇ ਆਉਣ ਨਾਲ ਸਾਡੀ ਵੀ ਮਦਦ ਹੋ ਜਾਂਦੀ ਹੈ। ਤੇ ਜੇ ਕਿਸੇ ਦੀ ਮਦਦ ਹੋ ਜਾਏ, ਇੱਕ ਬੰਦਾ ਵੀ ਸਾਡੇ ਆਉਣ ਨਾਲ ਠੀਕ ਹੋ ਜਾਂਦਾ ਹੈ, ਤੇ ਅਸੀਂ ਸੋਚਦੇ ਹਾਂ ਵੀ ਉਹ ਸਾਡਾ ਪੂਰਾ ਹੋ ਗਿਆ। ਮੈਂ ਆਪਣੀ ਇੰਟਰੋਡਕਸ਼ਨ ਦੱਸਦਾ। ਮੈਂ ਜੀ, ਮੇਰਾ ਨਾਮ ਪ੍ਰਦੀਪ ਸਿੰਘ ਹੈ। ਮੈਂ ਆਰਮੀ 'ਚੋਂ ਰਿਟਾਇਰ ਹੋਇਆ ਕਰਨਲ। ਅਤੇ ਪ੍ਰੀਮੈਚਿਓਰ ਰਿਟਾਇਰਮੈਂਟ ਲੈਣ ਤੋਂ ਬਾਅਦ ਮੈਨੂੰ ਇਹਦਾ ਐਡਜਸਟ ਹੋਣਾ ਮੇਰੇ ਲਈ ਮੁਸ਼ਕਿਲ ਹੋ ਗਿਆ। ਇਹ ਨਹੀਂ ਕਿ ਸੁਸਾਇਟੀ 'ਚ ਕੋਈ ਖਰਾਬੀ ਸੀ, ਮੈਂ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਪਾਇਆ, ਕਿਉਂਕਿ ਮੈਂ ਤਿਆਰ ਨਹੀਂ ਸੀ ਫੌਜ ਛੱਡ ਕੇ ਆਉਣ ਨੂੰ, ਅਤੇ ਇੱਥੇ ਸੈਟਲ ਹੋਣ ਲਈ ਮੈਂ ਤਿਆਰ ਹੀ ਨਹੀਂ ਸੀ ਕੀਤੀ, ਨਵੀਂ ਜਗ੍ਹਾ 'ਤੇ ਆ ਕੇ ਕਰਨ ਲਈ। ਅਤੇ ਮੈਂ ਉਹਦਾ ਸ਼ਾਰਟਕੱਟ ਇਹ ਲੱਭਿਆ ਵੀ ਆਫਿਸ ਨੌਕਰੀਆਂ ਮੈਨੂੰ ਬਹੁਤ ਵਧੀਆ ਵਧੀਆ ਮਿਲਿਆ। ਉਸ ਤੋਂ ਬਾਅਦ ਨੈਸਲੇ 'ਚ ਨੌਕਰੀ ਮਿਲੀ। ਇੱਕ ਮਲਟੀਨੈਸ਼ਨਲ ਹੈ ਮੈਟਰੋ ਟਾਇਰਸ, ਕੰਟੀਨੈਂਟਲ ਟਾਇਰਸ, ਉੱਥੇ ਟੌਪ ਮੈਨੇਜਰ, ਨੈਸਲੇ 'ਚ ਵੀ ਮੈਨੇਜਰ, ਸਾਰੀ ਜਗ੍ਹਾ ਡਰਿੰਕਸ ਕਰਕੇ ਹੀ ਮੈਂ ਹੀ ਛੱਡੀ। ਕਿਤੇ ਇਹ ਨਹੀਂ ਵੀ ਕਿਤੇ ਜਦੋਂ ਲੱਗਾ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਦਿਨੇ ਪੀਣਾ, ਉੱਥੇ ਬੈਠ ਕੇ ਨਾਲ ਦਫ਼ਤਰ 'ਚ ਲੈ ਜਾਣਾ। ਅਤੇ ਉਸ ਤੋਂ ਬਾਅਦ ਫਿਰ ਕਈ ਜਗ੍ਹਾ ਇਲਾਜ ਕਰਾਏ, ਪਰ ਸਕਸੈਸਫੁਲ ਨਹੀਂ ਹੋਏ। ਇੱਥੋਂ ਵੀ ਉਦੋਂ ਹਰਮਿਟੇਜ ਨਹੀਂ ਸੀ, ਇੱਥੋਂ ਮੈਡੀਸਨ ਲੈ ਜਾਂਦੇ ਸੀ, ਮੀਟਿੰਗ ਅਟੈਂਡ ਕਰ ਜਾਂਦੇ ਸੀ 15 ਦਿਨ ਬਾਅਦ। 1 ਸਾਲ ਠੀਕ ਰਿਹਾ ਮੈਂ। ਫਿਰ ਉਹ ਦਿਮਾਗ ਦਾ ਇਹ ਹੋਇਆ ਵੀ ਵਾਈਫ ਨੂੰ ਕਿਹਾ ਵੀ ਮੈਂ 1 ਸਾਲ ਤਾਂ ਹੁਣ ਛੱਡ ਹੀ ਰੱਖੀ ਹੈ, ਅਤੇ ਪਰ ਦਿਮਾਗ ਦੂਜੀ ਖੇਡ ਰਿਹਾ ਸੀ। ਮੈਂ ਕਿਹਾ ਵੀ ਇਹ ਮੈਂ ਇੱਕ ਡਾਕਟਰ ਤੋਂ ਸੈਕਿੰਡ ਓਪੀਨੀਅਨ ਲਿਆ, ਉਹ ਕਹਿੰਦੇ ਵੀ ਤੈਨੂੰ ਹੁਣ ਡਾਕਟਰ ਸਾਹਿਬ ਨੇ ਆਹ ਦੂਜੀਆਂ ਦਵਾਈਆਂ 'ਚ ਪਾਤਾ ਸ਼ਰਾਬ ਛੁਡਾ ਕੇ, ਇਹਦੇ 'ਚ ਵੀ ਨਸ਼ਾ ਹੀ ਆ। ਅਤੇ ਮੈਂ ਇਹਨੂੰ ਕਨਵਿੰਸ ਕਰ ਲਿਆ ਵੀ ਹੁਣ ਤਾਂ ਦਵਾਈ ਛੱਡ ਦਈਏ। ਇਹ ਕਹਿੰਦੇ ਵੀ ਡਾਕਟਰ ਸਾਹਿਬ ਤੋਂ ਇੱਕ ਵਾਰੀ ਪੁੱਛ ਤਾਂ ਆਈਏ। ਮੈਂ ਕਿਹਾ ਪੁੱਛਣ ਨਾ, ਉਹਨਾਂ ਨੇ ਥੋੜ੍ਹਾ ਕਹਿਣਾ ਵੀ ਛੱਡ ਦਿਓ, ਵੀ ਉਹਨਾਂ ਨੂੰ ਤਾਂ ਮਰੀਜ਼ ਲੱਭਾ ਹੋਇਆ, ਵੀ ਉਹਨਾਂ ਨੂੰ ਤਾਂ ਫੀਸ ਆਪਾਂ ਦਿੰਦੇ ਹਾਂ ਜਾ ਕੇ। ਅਤੇ ਇਹ ਕਹਿੰਦੇ ਚਲੋ ਠੀਕ ਹੈ, ਟਰਾਈ ਕਰਕੇ ਦੇਖ ਲਓ। ਪਰ ਉਸ ਤੋਂ ਬਾਅਦ ਫਿਰ ਜਿਹੜੇ 4-5 ਸਾਲ ਮੇਰੇ ਉਹ ਪੁਰਾਣੇ ਨਾਲੋਂ ਵੀ ਬੁਰਾ ਹਾਲ ਸੀ। ਅਤੇ ਇਹਨੂੰ ਵੀ ਡਰ ਰਹਿੰਦਾ ਸੀ ਵੀ ਪਤਾ ਨਹੀਂ ਕਿੱਥੇ ਆਫਿਸ ਤੋਂ ਜਦ ਤੱਕ ਘਰ ਨਹੀਂ ਸੀ ਪਹੁੰਚਦਾ ਵੀ ਕਿਤੇ ਗੱਡੀ ਮਾਰ ਦੇਣੀ ਹੈ। 1-2 ਵਾਰੀ ਲੱਗੀ ਵੀ ਗੱਡੀ, ਪਰ ਚਲੋ ਰੱਬ ਨੇ ਬਚਾ ਲਿਆ। ਫਿਰ ਇਹ ਡਿਸਾਈਡ ਹੋਇਆ ਵੀ ਅਸੀਂ ਹਰਮਿਟੇਜ ਐਡਮਿਟ ਹੋਣਾ। ਮੇਰਾ ਕਜ਼ਨ ਇੱਥੋਂ ਠੀਕ ਹੋ ਕੇ ਗਿਆ ਸੀ, ਉਹਨੇ ਕਿਹਾ ਵੀ ਐਡਮਿਸ਼ਨ ਤੋਂ ਬਗੈਰ ਨਹੀਂ ਹੋਣਾ, ਅਤੇ ਮੈਂ ਮੰਨ ਗਿਆ ਵੀ ਚਲੋ ਐਡਮਿਸ਼ਨ ਤੋਂ ਕਰ ਠੀਕ ਹੋ ਜਾਊਗਾ, ਫਿਰ ਥੋੜ੍ਹਾ ਬੰਦਿਆਂ ਵਾਂਗੂ ਪੀਣ ਜੋਗਾ ਹੋ ਜਾਊਗਾ। ਇਹ ਸੋਚ ਕੇ ਮੈਂ ਆਇਆ ਸੀ ਇੱਥੇ, ਆਪਣਾ ਪੀਣ ਦਾ ਇਲਾਜ ਕਰਾਉਣ ਆਇਆ ਸੀ। ਅਤੇ ਉਹ ਫਿਰ ਇੱਥੇ ਡੀਟੌਕਸ ਹੋਇਆ ਮੇਰਾ। ਉਸ ਤੋਂ ਬਾਅਦ ਹਰਮਿਟੇਜ ਇਹਨਾਂ ਨੇ ਮੈਨੂੰ ਮਨਾ ਕੇ ਗਏ ਵੀ ਮਹੀਨੇ ਲਈ ਰੁਕਣਾ, ਅਤੇ ਵਾਈਫ ਆ ਜਾਂਦੀ ਸੀ ਵਿੱਚੋਂ ਹਫਤੇ 'ਚ ਜਾਂ 1 ਦਿਨ। ਅਤੇ ਮਹੀਨੇ ਬਾਅਦ ਇਹਨਾਂ ਨੂੰ ਮੈਂ ਕਿਹਾ ਵੀ ਮਹੀਨਾ ਪੂਰਾ ਹੋ ਗਿਆ, ਫੌਜੀ ਵਾਲਾ ਪ੍ਰੋਮਿਸ ਸੀ। ਮੈਂ ਮਹੀਨਾ ਪੂਰਾ ਅਟੈਂਡ ਕੀਤਾ, ਨੋਟਬੁੱਕ ਦਿਖਾਈ ਵੀ ਆਹ ਦੇਖ ਪੂਰਾ ਮੈਂ ਜੋ ਰੋਜ਼ ਪੜ੍ਹਾਉਂਦੇ ਆ ਪੂਰਾ ਲਿਖਿਆ, ਮੈਨੂੰ ਕਿਸੇ ਪੇਜ ਤੋਂ ਪੁੱਛ ਲੈ, ਜ਼ਬਾਨੀ ਯਾਦ ਹੈ। ਅਤੇ ਇਹ ਵੀ ਪ੍ਰਿੰਸੀਪਲ ਰਿਟਾਇਰਡ ਹੈ, ਕਹਿੰਦੀ ਮੈਨੂੰ ਪਹਿਲਾ ਪੇਜ ਖੋਲ੍ਹੋ, ਕਹਿੰਦੀ ਉਹ 'ਚ ਕੀ ਲਿਖਿਆ? ਮੈਂ ਕਿਹਾ ਸਰੈਂਡਰ। ਕਹਿੰਦੀ ਇਹ ਪਹਿਲਾ ਪੇਜ ਤਾਂ ਤੁਸੀਂ ਸਿੱਖਿਆ ਨਹੀਂ, ਵੀ ਇਹ ਕਹਿੰਦੇ ਵੀ 2 ਮਹੀਨੇ ਹੋਰ ਰੁਕਣਾ ਹੈ ਅਤੇ ਤੁਸੀਂ ਸਰੈਂਡਰ ਤਾਂ ਕੀਤਾ ਨਹੀਂ। ਪਰ ਉਸ ਤੋਂ ਬਾਅਦ ਆਪਾਂ ਸ਼ਾਰਟ ਦੱਸਦਾ ਮੈਂ ਤੁਹਾਨੂੰ। ਫਿਰ ਹਫਤੇ ਬਾਅਦ ਉਹਦੇ ਤੋਂ ਮਹੀਨੇ ਤੋਂ ਮੈਨੂੰ ਇਹਨਾਂ ਨੇ ਰਿਸਪੋਂਸੀਬਿਲਿਟੀ ਦੇ ਦਿੱਤੀ, ਲੋਨ ਵਗੈਰਾ
ਲੁੱਕ ਆਫਟਰ ਕਰਨ ਦੀ। ਅਤੇ ਉਹ ਵੀ ਐਡਿਕਟ ਮਾਈਂਡ ਸੀ। ਮੈਂ ਉਹ ਸਾਰੇ ਮੇਰੇ ਤੋਂ ਮਾਲੀ ਵੀ ਦੁਖੀ ਹੋ ਗਏ। ਉਹਨਾਂ ਨੇ ਡਾਕਟਰ ਸਾਹਿਬ ਤੋਂ ਪੁੱਛਣਾ ਸ਼ੁਰੂ ਕਰਤਾ ਵੀ ਇਹ ਕਰਨਲ ਸਾਹਿਬ ਛੁੱਟੀ ਕਦੋਂ ਕਰਨੀ ਹੈ ਇਹਨਾਂ ਦੀ। ਅਤੇ 3 ਮਹੀਨੇ ਤੋਂ ਬਾਅਦ ਫਿਰ ਮੈਨੂੰ ਰਿਅਲਾਈਜ਼ ਹੋਇਆ ਇਹ ਸਿੱਖ ਕੇ ਮੈਂ ਇੱਥੋਂ ਗਿਆ ਕਿ ਇਹ ਸ਼ਰਾਬ ਮੇਰੇ ਲਈ ਨਹੀਂ ਬਣੀ। ਮੈਂ ਇਹ ਰਿਅਲਾਈਜ਼ ਇੱਥੋਂ ਕਰਕੇ ਨਿਕਲਿਆ ਕਿ ਮੈਂ ਪੂਰੀ ਉਮਰ ਮੈਨੂੰ ਸ਼ਰਾਬ ਛੱਡਣੀ ਪਊ। ਉਸ ਤੋਂ ਬਾਅਦ ਇਹ ਤੁਹਾਡੀ ਰਿਕਵਰੀ ਸ਼ੁਰੂ, ਮੈਂ ਤੁਹਾਡੇ ਆਪਣੇ ਪ੍ਰੈਕਟੀਕਲ ਚੀਜ਼ ਦੱਸਦਾ ਜੋ ਹੈ, ਕਿਉਂਕਿ ਹੁਣ 7 ਸਾਲ ਦੀ ਰਿਕਵਰੀ ਤੋਂ ਬਾਅਦ 6.5 ਸਾਲ ਦੇ ਤਕਰੀਬਨ ਮੈਂ ਆਪਣੇ ਫਾਇਦੇ ਲਈ ਇਸ ਉਮਰ 'ਚ ਮੇਰੀ 67.5 ਸਾਲ ਉਮਰ ਹੈ। ਸਾਰੇ ਮੈਨੂੰ ਵੀ ਪੁੱਛਦੇ ਸੀ ਵੀ ਤੁਸੀਂ ਹੁਣ ਪੜ੍ਹਾਈ ਕਿਉਂ ਕਰਨ ਲੱਗੇ ਹੋ। ਮੈਂ ਜਦੋਂ ਇਹ ਕਰੋਨਾ ਦਾ ਚੱਲ ਰਿਹਾ ਸੀ ਅਤੇ ਮੈਂ ਔਨਲਾਈਨ ਕਲਾਸਿਸ ਜੁਆਇਨ ਕੀਤੀਆਂ ਪੰਜਾਬੀ ਯੂਨੀਵਰਸਿਟੀ ਦੀਆਂ, ਕਾਉਂਸਲਿੰਗ ਫॉर ਸਬਸਟੈਂਸ ਅਬਿਊਜ਼। ਉਹ ਕੋਰਸ ਕੀਤਾ। ਮੇਰਾ ਪੜ੍ਹਾਈ 'ਚ ਮੈਂ ਜ਼ਿਆਦਾ ਗੇਮਸ ਵਗੈਰਾ 'ਚ ਹੀ ਤੇਜ਼ ਸੀ, ਕਾਲਜ 'ਚ ਵੀ ਅਤੇ ਫੌਜ 'ਚ ਵੀ ਗੇਮਸ ਵਗੈਰਾ ਦਾ ਜ਼ਿਆਦਾ ਰਿਹਾ। ਮੇਰੇ ਕਦੇ 40% ਤੋਂ ਉੱਪਰ ਨਹੀਂ ਸੀ ਮਾਰਕਸ ਆਏ। ਇਹ ਕਿਉਂਕਿ ਮੇਰਾ ਆਪਣਾ ਇੰਟਰਸਟ ਦਾ ਸਬਜੈਕਟ ਸੀਗਾ। ਇਹਦੇ 'ਚ ਮੇਰੇ 74% ਮਾਰਕਸ ਆਏ ਪੂਰੀ ਯੂਨੀਵਰਸਿਟੀ 'ਚ। ਮੇਰੀ 3rd ਜਾਂ 4th ਪੋਜੀਸ਼ਨ ਸੀ। ਅਤੇ ਉਹਦੇ 'ਚੋਂ ਜੋ ਮੈਂ ਸਿੱਖਿਆ ਅੱਜ ਮੈਂ ਤੁਹਾਨੂੰ ਸ਼ੇਅਰਿੰਗ ਕਰੂੰਗਾ। ਸਿਰਫ ਜਿਹੜੇ ਹਰੇਕ ਸਾਲ ਮੈਂ ਅਲੱਗ ਚੀਜ਼ਾਂ ਸਿੱਖਦਾ। ਪਹਿਲੇ 2 ਸਾਲ ਤੁਹਾਡੀ ਰਿਕਵਰੀ 'ਚ ਨਹੀਂ ਹੋਵੋਗੇ ਤੁਸੀਂ ਪੂਰੀ ਤਰ੍ਹਾਂ, ਜੇ ਸਿਰਫ ਐਬਸਟੈਨਿਜ਼ਮ ਜੋ ਤੁਸੀਂ ਲੈਂਦੇ ਹੋ ਉਹੀ ਕਰ ਲਓ ਤਾਂ ਇਹ ਬਹੁਤ ਹੈ ਵੀ ਇਹਦੇ ਤੋਂ ਦੂਰ ਰਹੋ। ਰਿਕਵਰੀ ਦਾ ਕੰਮ, ਰਿਲੇਸ਼ਨਸ਼ਿਪ ਠੀਕ ਕਰਨਾ, ਉਹ ਬਾਅਦ 'ਚ ਹੋਊਗਾ। ਜੇ ਤੁਸੀਂ ਇਹ ਤੁਹਾਡਾ ਮੇਰੇ ਹਿਸਾਬ ਨਾਲ ਬਚਪਨਾ ਸ਼ੁਰੂ ਹੋਇਆ ਦੁਬਾਰਾ, ਅਤੇ ਪਹਿਲਾ ਸਟੈਪ ਬੱਚੇ ਨੂੰ ਦੁਬਾਰਾ ਲੈਣਾ ਸਿਖਾਉਣਾ ਪੈਣਾ ਹੈ। ਤੁਹਾਨੂੰ ਮਦਦ ਚਾਹੀਦੀ ਹੈ ਆਪਣੀ ਵਾਈਫ ਦੀ, ਆਪਣੇ ਪੇਰੈਂਟਸ ਦੀ। ਅਤੇ ਉਹ ਸਟੈਪ ਜੇ ਤੁਸੀਂ ਪਹਿਲਾਂ ਹੀ ਭੱਜਣ ਦੀ ਕੋਸ਼ਿਸ਼ ਕਰੋਗੇ ਵੀ ਮੈਂ, ਕਈਆਂ ਨੂੰ ਜੋਸ਼ 'ਚ ਹੁੰਦਾ ਵੀ ਜੀ ਹੁਣ ਮੈਂ ਇੱਥੋਂ ਕਹਿੰਦੇ ਜੀ ਮੈਂ ਤਾਂ ਹੁਣ ਹੱਥ ਨਹੀਂ ਲਾਣਾ, ਇਹ ਨਹੀਂ ਕਰਨਾ। ਉਹ ਜੇ ਤੁਸੀਂ ਭੱਜਣ ਦੀ ਸਪ੍ਰਿੰਟ ਕਰਨ ਦੀ ਕੋਸ਼ਿਸ਼ ਕਰੋਗੇ, ਗੋਡੇ ਛੱਲੇ ਜਾਣਗੇ, ਡਿੱਗੋਗੇ, ਫਿਰ ਰਿਲੈਪਸ ਹੋ ਜਾਓਗੇ। ਅਤੇ ਹੌਲੀ ਜਿੱਦਾਂ 20 ਸਾਲ ਜੇ ਇਹ ਬਿਮਾਰੀ ਨੂੰ ਲੱਗੇ ਹੈ, ਇਹ ਲੋਕ ਗਲਤ ਕਹਿੰਦੇ ਵੀ ਇਹਦੀ ਬਿਮਾਰੀ ਦਾ ਇਲਾਜ ਹੈ। ਮੇਰੇ ਹਿਸਾਬ ਨਾਲ ਇਹ ਬਿਮਾਰੀ ਲਾ ਇਲਾਜ ਹੈ। ਜਿੱਦਾਂ ਕਈ ਡਾਕਟਰ ਕਹਿੰਦੇ ਆ ਨਾ ਬਈ ਜੀ ਇਹ ਡਾਇਬਟੀਜ਼ ਵਰਗੀ ਬਿਮਾਰੀ ਹੈ, ਇਹ ਤੁਹਾਡੇ ਪਹਿਲਾਂ ਸਰੀਰ ਨੂੰ ਕਰਦੀ ਹੈ, ਫਿਰ ਦਿਮਾਗ ਨੂੰ ਇਫੈਕਟ ਕਰਦੀ ਹੈ। ਡਾਇਬਟੀਜ਼ ਵੀ ਉਹ ਕਹਿੰਦੇ ਰਿਵਰਸ ਕਰਤੀ, ਰਿਵਰਸ ਨਹੀਂ ਹੁੰਦੀ ਡਾਇਬਟੀਜ਼ ਕਦੇ। ਡਾਇਬਟੀਜ਼, ਹਾਰਟ ਅਟੈਕ, ਐਡਿਕਸ਼ਨ, ਇਹ ਬਿਮਾਰੀਆਂ ਮੈਨੇਜ ਹੋ ਸਕਦੀਆਂ, ਕਿਉਰ ਨਹੀਂ ਹੋ ਸਕਦੀਆਂ। ਪਹਿਲੀ ਚੀਜ਼ ਤਾਂ ਇਹ। ਮੈਂ ਜਿੰਨੀ ਦੇਰ ਜੇ ਮੈਨੂੰ ਡਾਇਬਟੀਜ਼ ਵੀ ਹੈ, ਜਿੰਨੀ ਦੇਰ ਮੈਂ ਚੀਨੀ ਤੋਂ ਦੂਰ ਰਹੂੰਗਾ ਉਹ ਤੋਂ ਬਚਿਆ ਰਹੂੰਗਾ। ਜਿੱਦਣ ਮੈਂ ਚੀਨੀ ਦੇ ਇੱਕ ਤੁਪਕਾ ਵੀ ਖਾਧਾ ਮੈਨੂੰ ਦੁਬਾਰਾ ਡਾਇਬਟੀਜ਼ ਹੋ ਜਾਣੀ ਹੈ। ਉਹ ਰਿਵਰਸ ਨਹੀਂ ਹੋਈ, ਉਹ ਮੈਂ ਮੈਨੇਜ ਕਰ ਰਿਹਾ ਆਪਣੀ ਵਾਕ ਕਰਕੇ, ਆਪਣੇ ਸਟੈਪ ਲੈ ਕੇ। ਅਤੇ ਇਹ ਵੀ ਮੈਨੇਜ ਮੈਨੂੰ ਕਰਨੀ ਪੈਣੀ ਹੈ ਪੂਰੀ ਉਮਰ ਲਈ ਕਿ ਇਹ ਤੋਂ ਜਿੰਨੀ ਦੇਰ ਦੂਰ ਰਹੂੰਗਾ। ਉਹ ਇੱਕ ਪਾਰਟ ਹੈ। ਪਰ ਮੇਰੇ ਲਈ ਸ਼ਰਾਬ ਸਿਰਫ, ਪਹਿਲੀ ਤਾਂ ਇਹ ਮੈਂ ਮੰਨਣਾ ਪਊਗਾ ਘਰਦਿਆਂ ਨੂੰ ਵੀ ਮੈਨੂੰ ਵੀ ਕਿ ਇਹ ਲਾ ਇਲਾਜ ਬਿਮਾਰੀ ਹੈ। ਇਹ ਮੇਰੇ ਲਈ ਬਣੀ ਨਹੀਂ। ਜੋ 10% ਬੰਦਿਆਂ 'ਚੋਂ ਰੱਬ ਨੇ ਚੁਣ ਕੇ ਭੇਜੇ ਆਪਾਂ, 90% ਉਹ ਕਹਿੰਦਾ ਪੀਂਦੇ ਰਹੋ। ਅਸੀਂ ਖਾਸ ਹਾਂ ਰੱਬ ਦੇ। ਉਹ ਕਹਿੰਦਾ ਵੀ ਤੁਹਾਨੂੰ ਆਹ ਗਲਤ ਕੰਮ ਨਹੀਂ ਕਰਨ ਦੇਣਾ ਮੈਂ। ਅਤੇ ਉਹ ਆਪਾਂ ਨੂੰ ਰਿਅਲਾਈਜ਼ ਕਰਨਾ ਪੈਂਦਾ ਵੀ ਰੱਬ ਦੇ ਹੁਣ ਫੇਵਰੇਟ ਬੰਦਿਆਂ ਨੂੰ ਕੋਈ ਮਿਹਨਤ ਵੀ ਐਕਸਟਰਾ ਕਰਨੀ ਪੈਂਦੀ ਹੈ। ਦੂਜਾ, ਰਿਕਵਰੀ ਪੀਸ ਮੀਲ, ਇਹ 8ਵੇਂ ਸਾਲ 'ਚ ਮੈਂ ਸਿੱਖਿਆ ਕਿ ਇਹ ਪੀਸ ਮੀਲ ਨਹੀਂ ਹੋ ਸਕਦੀ। ਐਡਿਕਸ਼ਨ ਦੀ ਰਿਕਵਰੀ ਆਪਾਂ ਕਈ ਵਾਰੀ ਸੋਚਦੇ ਹਾਂ ਵੀ ਚਲੋ ਠੀਕ ਹੈ ਆਪਾਂ ਡਰਿੰਕ ਛੱਡਤੀ, ਸਮੋਕਿੰਗ ਕੰਟੀਨਿਊ ਰੱਖ ਸਕਦੇ ਹਾਂ। ਐਡਿਕਸ਼ਨ ਜਦੋਂ ਤੁਸੀਂ ਐਲਕੋਹਲਿਜ਼ਮ ਜਾਂ ਕਿਸੇ ਵੀ ਡਰੱਗ 'ਚ ਪੈਂਦੇ ਹੋ, ਕਈ ਹੋਰ ਜਿੱਦਾਂ ਉਹਨੂੰ ਕਰੈਕਟਰ ਫਲॉज ਕਹਿੰਦੇ ਆ, ਉਹ ਕਰੈਕਟਰ ਫਲॉज ਉਹਨੂੰ ਵੀ ਮੈਂ ਐਡਿਕਸ਼ਨ ਹੀ ਕਹਿੰਦਾ। ਗੈਂਬਲਿੰਗ, ਪੋਰਨ, ਐਕਸਟਰਾ ਮੈਰਿਟਲ ਰਿਲੇਸ਼ਨਸ, ਇਹ ਐਡਿਕਸ਼ਨ ਹੈ। ਇਹ ਤੁਹਾਨੂੰ ਪੀਸ ਮੀਲ ਨਹੀਂ ਕਰ ਸਕਦੇ ਵੀ ਪਹਿਲਾਂ ਮੈਂ ਰਿਕਵਰੀ ਸ਼ਰਾਬ ਦੀ ਕਰ ਲੂੰਗਾ ਫਿਰ ਇਹਦੀ ਕਰ ਲੂੰਗਾ। ਇਹ ਇੱਕ ਚੀਜ਼ ਦੂਜੇ ਨੂੰ ਲੀਡ ਕਰਦੀ ਹੈ।
ਇਹ ਸਾਰਾ ਤੁਹਾਨੂੰ ਰਿਕਵਰੀ ਤੁਸੀਂ ਆਪਣੇ ਲਈ ਕਰਨੀ ਹੈ, ਕਿਸੇ ਦੇ ਲਈ ਨਹੀਂ ਕਰਨੀ। ਇਹ ਮੇਰਾ ਤੀਜਾ ਪੁਆਇੰਟ ਹੈ। ਜਿੱਦਣ ਤੁਹਾਡਾ ਪੇਸ਼ੈਂਟ ਸੋਚੂਗਾ, ਉਹਨੂੰ ਇਹ ਨਹੀਂ ਕਹਿਣਾ ਵੀ ਮੇਰੀ ਸਹੁੰ ਤੂੰ ਮੇਰੇ ਲਈ ਛੱਡੀ ਆ। ਉਹ ਸਹੁੰ ਉਦੋਂ ਹੀ ਟੁੱਟ ਜਾਣੀ ਜਿੱਦਣ ਤੁਹਾਡੇ ਨਾਲ ਥੋੜ੍ਹਾ ਜਿਹਾ ਰਿਫਟ ਹੋਈ ਉਹਦੀ। ਜਦ ਤੱਕ ਪੇਸ਼ੈਂਟ ਰਿਲਾਈਜ਼ ਨਹੀਂ ਕਰਦਾ ਕਿ ਮੈਂ ਆਪਣੇ ਭਲੇ ਲਈ ਛੱਡ ਰਿਹਾ, ਇਹਦੇ 'ਚ ਨੁਕਸਾਨ ਮੇਰਾ ਹੀ ਹੈ। ਇਹ ਨਹੀਂ ਮੈਂ ਕਹਿੰਦਾ ਵੀ ਮੈਨੂੰ ਗੁੱਸਾ ਆਉਣਾ ਬੰਦ ਹੋ ਗਿਆ, ਪਰ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਮੈਂ ਗੁੱਸਾ ਆਪਣਾ ਮੈਨੇਜ ਕਰਨਾ ਸਿੱਖ ਲਿਆ। ਮੈਂ ਅੱਗਿਓਂ ਆਰਗੂ ਨਹੀਂ ਕਰਦਾ, ਮੈਂ ਫਿਰ ਸੋਚਦਾ ਕਿ ਮੈਨੂੰ ਗੁੱਸਾ ਕਿਉਂ ਆਇਆ। ਜੇ ਕੋਈ ਇਹੋ ਜਿਹਾ ਵੀ ਬੰਦਾ ਹੋਊਗਾ ਜਿੱਦਾਂ ਜੈਨੂਇਨਲੀ ਤੁਹਾਨੂੰ ਉੱਤੇ ਨਾਰਾਜ਼ਗੀ ਹੋਈ, ਗੁੱਸਾ ਆਇਆ, ਉਹਨੂੰ ਫਿਰ ਇਗਨੋਰ ਕਰੋ। ਉਹ ਅੱਗੇ ਤੋਂ ਫਿਰ ਤੁਹਾਨੂੰ ਇਰੀਟੇਟ ਕਰੂਗਾ ਤਾਂ ਉਹਨੂੰ ਇਗਨੋਰ ਕਰੋ। ਇਹ ਨਹੀਂ ਵੀ ਉਹ ਮਾੜਾ ਬੰਦਾ, ਉਹ ਤੁਹਾਡੇ ਕਹਿੰਦਾ, ਜਿੱਦਾਂ ਕਈ ਵਾਰੀ ਕਹਿੰਦੇ ਨਾ ਗ੍ਰਹਿ ਨਹੀਂ ਮਿਲਦੇ, ਆਪਣੇ ਗ੍ਰਹਿ ਨਹੀਂ ਮਿਲਦੇ, ਆਪਾਂ ਕਿਉਂ ਉਹਦੇ ਨਾਲ ਬੈਠਣਾ। ਫਿਰ ਇੱਕ ਸ਼ੁਰੂ 'ਚ ਮੈਂ ਕਹਿੰਦਾ ਸੀ ਕਿ 80% ਕ੍ਰੈਡਿਟ ਮੇਰੀ ਵਾਈਫ ਦਾ ਮੈਨੂੰ ਠੀਕ ਕਰਨ 'ਚ, ਵਾਈਫ ਅਤੇ ਬੇਟੇ ਦਾ। ਪਰ ਹੁਣ 8 ਸਾਲ ਬਾਅਦ, ਜਿੱਦਾਂ ਮੈਂ ਕਿਹਾ ਸੀ ਵੀ ਬਚਪਨਾ ਸ਼ੁਰੂ ਹੁੰਦਾ ਰਿਕਵਰੀ 'ਚ, 1 ਸਾਲ ਦਾ, 2 ਸਾਲ ਦਾ। ਹੁਣ ਮੈਂ ਰਿਅਲਾਈਜ਼ ਕੀਤਾ ਇਸ ਪੜ੍ਹਾਈ ਤੋਂ ਬਾਅਦ ਕਿ ਕਿਸੇ ਸਟੇਜ 'ਤੇ ਪਰਸੈਂਟੇਜ ਘਟਾਉਣੀ ਪਊ। ਮੈਨੂੰ 80%, ਇਹ ਹੁਣ ਜੇ ਚਾਹਣ ਵੀ ਮੈਨੂੰ ਰਿਕਵਰੀ 'ਚ ਨਹੀਂ 80% ਤੱਕ ਦੀ ਮਦਦ ਨਹੀਂ ਦੇ ਸਕਦੇ, ਕੋਈ ਵੀ ਨਹੀਂ ਦੇ ਸਕਦਾ, ਨਾ ਮੇਰਾ ਬੇਟਾ ਦੇ ਸਕਦਾ, ਨਾ ਵਾਈਫ ਦੇ ਸਕਦੀ, ਨਾ ਮਦਰ ਦੇ ਸਕਦੇ ਆ। ਹੁਣ ਉਹ 80% ਆਪਣੀ ਰਿਕਵਰੀ 'ਤੇ ਮੈਨੂੰ ਆਪ ਹੁਣ ਚੱਲਣਾ, ਉਂਗਲੀ ਛੱਡਣੀ ਪੈਣੀ ਹੈ ਅਤੇ ਆਪ ਮੈਨੂੰ ਸਿੱਖਣਾ ਪੈਣਾ ਅਤੇ ਸੈਲਫ ਰਿਲਾਇੰਸ ਆਉਣੀ ਪੈਣੀ ਹੈ ਮੈਨੂੰ, ਤਾਂ ਕਿ ਮੈਂ ਇੰਡੀਪੈਂਡੈਂਟਲੀ ਰਿਕਵਰੀ ਆਪਣੀ 80 ਜਾਂ 90% ਆਪਣੀ ਰੱਖਾਂ। ਬੇਸਿਕਲੀ ਮੇਰਾ 8ਵੇਂ ਸਾਲ ਦਾ ਇਹੀ ਲਰਨਿੰਗਸ ਹੈ। ਹਰ ਸਾਲ ਮੈਂ ਤਕਰੀਬਨ, ਮੇਰੇ ਕੋਲ 250 ਬੁੱਕਸ ਹੈ ਜਿਹੜੀਆਂ ਮੈਂ ਪੜ੍ਹਦਾ ਰਹਿੰਦਾ ਬੈਠ ਕੇ। ਪਹਿਲਾਂ ਮੈਂ ਹੋਰ ਕੰਮ ਕਰਦਾ ਸੀ, TV ਦੇਖ ਲਿਆ, ਲੈਪਟਾਪ ਦੇਖ ਲਿਆ, ਐਡਿਕਸ਼ਨਸ ਬਾਕੀ ਸੀ। ਹੁਣ ਮੈਂ ਆਪਣੀ ਪੜ੍ਹਾਈ ਦੀ ਕਰਦਾ। ਮੇਰੇ ਕੋਲ ਕਲੈਕਸ਼ਨ ਹੈ 250-300 ਤੋਂ ਉੱਪਰ ਬੁੱਕਸ ਹੈ, ਆਰਟੀਕਲਸ ਹੈ। ਮੈਂ ਨੈਸ਼ਨਲ ਇੰਸਟੀਚਿਊਟ ਆਫ ਡਰੱਗ ਅਬਿਊਜ਼, ਉਹਨਾਂ ਦੇ ਆਰਟੀਕਲਸ ਸ਼ੇਅਰ ਕਰਦਾ ਰਹਿੰਦਾ ਮੈਂ, ਅਤੇ ਉਹਦੇ ਨਾਲ ਹੀ ਮੈਨੂੰ ਮਤਲਬ ਸੈਲਫ ਰਿਲਾਇੰਸ ਹੋ ਗਈ ਹੈ ਮੈਨੂੰ ਇਹਦੇ ਤੋਂ। ਪਰ ਇਹ ਸਲੋਲੀ ਹੋਊਗਾ, ਇਹ ਨਹੀਂ ਕੋਈ ਮੈਂ ਆਪਣੇ ਆਪ ਨੂੰ ਨਾ ਤਾਂ ਕਹਿ ਸਕਦਾ ਵਾਲੀਆ ਸਾਹਿਬ ਦੇ ਬਰਾਬਰ ਆ ਜਾ। ਉਹਨਾਂ ਨੇ 23 ਸਾਲ ਦੀ ਸਿਖਲਾਈ ਹੈ। ਇਹ ਸਿਖਲਾਈ ਆਪਾਂ ਨੂੰ ਆਪਣੇ ਆਪ ਦੇ ਐਕਸਪੀਰੀਅੰਸ ਨਾਲ ਹੀ ਆਉਂਦੀ ਹੈ। ਇਹ ਕਿਸੇ ਦੇ ਗੱਲਾਂ ਸੁਣ ਕੇ ਤਾਂ ਮੋਟੀਵੇਟ ਹੋ ਸਕਦੇ ਹਾਂ ਆਪਾਂ, ਪਰ ਉਹ ਹੰਡਾਣੀ ਆਪ ਪੈਣੀ ਹੈ ਰਿਕਵਰੀ ਆਪਣੀ। ਥੈਂਕ ਯੂ। ਕੋਈ ਕੁਐਸਚਨ? ਅੱਛਾ, ਇੱਕ ਚੀਜ਼ ਦੱਸੋ ਵੀ ਤੁਸੀਂ ਹੁਣ ਪੜ੍ਹਾਈ ਵੀ ਉਹ ਚੂਜ਼ ਕੀਤੀ ਜਿਹੜੀ ਤੁਹਾਡੇ ਮਨ ਭਾਉਂਦੀ ਹੈ, ਤੁਹਾਨੂੰ ਇਹਦੇ ਵਿੱਚ ਹਾਈ ਫੀਲ ਹੁੰਦਾ? ਹਾਈ ਫੀਲ ਕਈ ਵਾਰੀ ਮੈਨੂੰ ਡਾਕਟਰ ਸਾਹਿਬ ਨੇ ਵੀ ਇੱਕ ਵਾਰੀ ਕਿਹਾ ਸੀਗਾ ਵੀ ਤੁਸੀਂ ਪਰਫੈਕਸ਼ਨਿਸਟ ਹੋ। ਹਾਂ, ਉਹ ਨੁਕਸਾਨ ਵੀ ਹੁੰਦਾ ਕਈ ਵਾਰੀ। ਹੁਣ ਮੈਨੂੰ 74% ਮਾਰਕਸ ਲੈ ਕੇ ਵੀ ਉਹਨਾਂ ਨੇ ਸਾਡੇ ਰਿਵਿਊ ਪੁੱਛੇ ਸੀ, ਕਿਉਂਕਿ ਜਿਹੜਾ ਮੇਰੀ ਪ੍ਰੋਜੈਕਟ ਰਿਪੋਰਟ ਵੀ ਸੀ ਉਹ ਬੈਸਟ ਡਿਕਲੇਅਰ ਹੋਈ ਹੈ। ਉਹ ਯੂਨੀਵਰਸਿਟੀ ਨੇ ਵੀ ਪਬਲੀਕੇਸ਼ਨ ਲਈ ਲੈ ਲਈ ਹੈ ਮੇਰੇ ਤੋਂ। ਅਤੇ ਮੈਡਮ ਨੇ ਪੁੱਛਿਆ ਸੀ ਵੀ ਤੁਸੀਂ ਆਪਣੇ ਕੋਰਸ 'ਚ ਦੱਸੋ ਕੁਛ ਕੀ ਹੈ। ਮੈਂ ਕਿਹਾ ਮੈਡਮ, ਮੈਂ ਸਾਲ ਦੀ ਤੋਂ ਬਾਅਦ ਵੀ ਆਪਣੇ ਆਪ ਨੂੰ ਫਿੱਟ ਨਹੀਂ ਮੰਨਦਾ ਕਿ ਮੈਂ ਕਾਉਂਸਲਰ ਬਣਨ ਦੇ ਕਾਬਲ ਹਾਂ, ਕਿਉਂਕਿ ਤੁਹਾਡਾ ਜਿੰਨਾ ਵੀ ਸਬਜੈਕਟ ਸੀ ਤੁਸੀਂ ਬ੍ਰੇਨ 'ਤੇ ਇੱਕ ਵੀ ਚੈਪਟਰ ਨਹੀਂ ਰੱਖਿਆ। ਬਿਲਕੁਲ, ਵੈਰੀ। ਅਤੇ ਇਹਦਾ ਮਤਲਬ ਮੈਂ ਫਿੱਟ ਨਹੀਂ ਬਣਿਆ। ਮੈਂ ਹੁਣ ਬੁੱਕਸ ਪੜ੍ਹ ਰਿਹਾ ਬ੍ਰੇਨ 'ਤੇ। ਉਹ ਕਹਿੰਦੇ ਵੀ ਇਹ ਬੜਾ ਕੰਪਲੀਕੇਟਡ ਸਬਜੈਕਟ ਹੈ। ਅਤੇ ਮੈਂ ਕਿਹਾ ਕਾਉਂਸਲਿੰਗ ਡਰੱਗ ਐਡਿਕਸ਼ਨ ਦੀ ਸਭ ਤੋਂ ਮੁਸ਼ਕਿਲ ਕਾਉਂਸਲਿੰਗ ਹੈ। ਮੈਂ ਐਗਜ਼ਾਮਪਲ ਉਹਨਾਂ ਨੂੰ ਇਹ ਦਿੱਤੀ ਸੀ ਵੀ ਕਾਉਂਸਲਰ ਸਾਰਿਆਂ ਦਾ ਕੰਮ ਮੁਸ਼ਕਿਲ ਹੈ, ਕਿਉਂਕਿ ਦੂਸਰੇ ਦੇ ਦਿਮਾਗ ਲਈ ਤੁਸੀਂ ਡੀਲ ਕਰਦੇ ਹੋ। ਸਬਸਟਾਂਸ ਅਬਿਊਜ਼ ਦੀ ਕਾਉਂਸਲਿੰਗ ਸਾਰੀਆਂ ਚੀਜ਼ਾਂ ਤੋਂ ਮੁਸ਼ਕਿਲ ਹੈ, ਕਿਉਂਕਿ ਤੁਸੀਂ ਉਸ ਬੰਦੇ ਦਾ ਇਲਾਜ ਕਰਨਾ ਚਾਹੁੰਦੇ ਹੋ ਜਿਹਦਾ ਇਲਾਜ ਕਰਾਉਣ ਨੂੰ ਆਪ ਤਿਆਰ ਨਹੀਂ ਗਾ। ਬੱਚੇ ਦੀ ਕਾਉਂਸਲਿੰਗ ਤੁਸੀਂ ਕਰਦੇ ਹੋ, ਉਹ ਬੱਚਾ ਤਿਆਰ ਹੈ। ਹੁਣ ਇਮੈਜਿਨ ਕਰੋ, ਇੱਕ ਬਹੁਤ ਅੱਛਾ ਸ਼ੈਫ ਹੈ ਹੋਟਲ ਦਾ,
ਉਹ ਐਕਸਪਰਟਾਈਜ਼ ਕਿੰਨਾ ਉਹਦਾ ਚੰਗਾ ਹੋਣਾ ਚਾਹੀਦਾ ਹੈ ਕਿ ਉਹ ਉਸ ਬੰਦੇ ਨੂੰ ਖਾਣਾ ਖਵਾਵੇ ਜਿਹਨੂੰ ਭੁੱਖ ਨਹੀਂ ਗੀ, ਖਾਣ ਦੀ ਭੁੱਖ ਨਹੀਂ ਉਹਨੂੰ। ਸੋ ਉਹਨੂੰ ਸਾਰਾ ਕੁਝ ਉਹਦੇ ਫਲੇਵਰ 'ਚ, ਉਹਦੀ ਡੈਕੋਰੇਸ਼ਨ 'ਚ, ਪ੍ਰੈਜੈਂਟੇਸ਼ਨ 'ਚ ਸਭ ਕੁਝ ਕਰਨਾ ਪਊਗਾ। ਸੋ ਸਭ ਤੋਂ ਮੁਸ਼ਕਿਲ ਕੰਮ ਐਡਿਕਟ ਦੀ ਕਾਉਂਸਲਿੰਗ ਕਰਨਾ ਹੈ। ਸੋ ਉਹਦੇ ਲਈ ਬ੍ਰੇਨ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਬਿਲਕੁਲ ਸਹੀ। ਲੱਗਦਾ ਨਾ ਕਿ ਮੈਂ ਗਲਤ ਕੁਝ ਕੀਤਾ ਹੀ ਨਹੀਂ ਹੈ ਤਾਂ ਮੈਂ ਕਿਹਦੀ ਸੁਣਾ ਹੀ ਕਿਉਂ। ਜਦੋਂ ਕਾਉਂਸਲਿੰਗ ਕਰਦੇ ਆ ਸਾਡੀ ਹਰ ਮੀਡੀਆ 'ਚ ਵੀ ਕਰਦੇ ਆ ਸਟਾਰਟਿੰਗ 'ਚ, ਇਹੀ ਲੱਗਦਾ ਹੈ ਕਿ ਮੈਂ ਇਹਨਾਂ ਦੀ ਕਿਉਂ ਸੁਣਾ, ਮੈਂ ਤਾਂ ਕੁਝ ਗਲਤ ਕੀਤਾ ਹੀ ਨਹੀਂ ਹੈ। ਨਹੀਂ ਤੇ ਉਹ ਤਾਂ ਫਿਰ ਅਜੇ ਵੀ ਤੁਸੀਂ ਡਿਨਾਈਲ 'ਚੋਂ, ਹਾਂ ਸਟਾਰਟਿੰਗ ਇਦਾਂ ਹੀ। ਤੇ ਉਹ ਡਿਨਾਈਲ 'ਚੋਂ ਤਾਂ ਪਹਿਲਾਂ ਚੀਜ਼ ਨਿਕਲਣਾ ਪੈਣਾ ਹੈ। 3 ਮਹੀਨੇ ਇਹੀ ਉਹਨਾਂ ਨੇ ਕਰਨਾ ਤੁਹਾਡਾ। ਸਰ ਫਸਟ 4 ਵੀਕਸ ਦੇ ਹੀ ਹੁੰਦਾ ਵਾ, ਡਿਨਾਈਲ 'ਚ ਹੀ ਰਹਿੰਦਾ। ਇੱਥੇ ਹੀ ਰਹਿੰਦਾ ਵਾ। ਲਵਲੀਨ, ਗੱਲ ਇਹ ਆ ਵੀ ਉਹ ਇਹ ਨਹੀਂ ਵੀ ਉਹ ਕਹਿੰਦਾ ਮੈਂ ਕੀਤਾ ਕੁਛ ਨਹੀਂ, ਉਹਨੂੰ ਗਿਲਟ ਬੜੀ ਆਉਂਦੀ ਆ, ਗਿਲਟ ਉਹਨੂੰ ਡਿਨਾਈਲ 'ਚ ਲੈ ਆਉਂਦੀ ਆ। ਉਹ ਕੀ ਸ਼ੇਅਰ ਕਰੇ ਉਹ ਬੰਦਾ, ਕੀ ਕਵੇ ਹੁਣ। ਡਿਨਾਈਲ ਇਹਦਾ ਹੀ ਨਹੀਂ ਹੁੰਦਾ ਜਦੋਂ ਤੁਸੀਂ ਮੰਨ ਵੀ ਜਾਂਦੇ ਹੋ ਵੀ ਮੈਂ ਗਲਤ ਕੀਤਾ ਹੈ, ਪਰ ਬੰਦਾ ਇਸ ਚੀਜ਼ ਨੂੰ ਮੰਨਣ ਨੂੰ ਨਹੀਂ ਤਿਆਰ ਹੁੰਦਾ ਵੀ ਇਹ ਬੋਤਲ ਜਿਹਨੂੰ ਮੈਂ ਇੰਨਾ ਪਿਆਰ ਕੀਤਾ ਆਪਣੀ ਵਾਈਫ ਨਾਲੋਂ ਵੀ ਜ਼ਿਆਦਾ, ਉਹ ਸਾਰੀ ਉਮਰ ਛੱਡਣੀ ਪੈਣੀ ਹੈ। ਸਭ ਤੋਂ ਔਖਾ ਕੰਮ ਇਹ ਸਮਝਣਾ ਹੈ ਕਿ ਮੈਂ ਇਹਨੂੰ ਸਾਰੀ ਉਮਰ ਲਈ ਤਲਾਕ ਦੇਤਾ। ਉਹ ਸੁਣਨਾ ਹੀ ਬੜਾ ਔਖਾ ਸਰ। ਪਹਿਲੇ ਸਭ ਤੋਂ ਵੱਡੀ ਤੁਹਾਡੀ ਹੈ ਜੇ ਤੁਸੀਂ ਕਿਸੇ ਬੰਦੇ ਨੂੰ ਹਸਾਤਾ ਨਾ ਆਪਣੀ ਗੱਲ ਤੋਂ, ਮਤਲਬ ਤੁਸੀਂ ਕਿਸੇ ਦਿਲ ਦੀ ਗੱਲ ਨੂੰ Yes. ਸਾਹਮਣੇ Yes. ਦੇਖੋ ਜੀ, ਮੈਂ ਐਤਕੀ ਇਹਨਾਂ ਨੇ ਜਿਹੜਾ ਇਸ ਸਾਲ ਹੁਣ ਕੋਰਸ ਚੱਲ ਰਿਹਾ ਹੈ, ਉਹਨਾਂ ਨੇ ਮੈਨੂੰ ਉਹਦਾ ਕਲਾਸਿਸ ਲੈਣ ਲਈ ਫੈਕਲਟੀ 'ਚ ਰੱਖਿਆ ਹੋਇਆ ਸੀ ਯੂਨੀਵਰਸਿਟੀ ਨੇ, ਅਤੇ ਮੈਂ ਉਹਨਾਂ ਦੀਆਂ ਕਲਾਸਿਸ ਲਈਆਂ ਅਤੇ ਉਹਨਾਂ ਨੂੰ ਮੈਂ ਦੱਸ ਰਿਹਾ ਸੀਗਾ ਵੀ ਇਹ ਫਸਟ ਲੈਸਨ ਕਾਉਂਸਲਰ ਲਈ ਇਹ ਹੈ, ਜਦੋਂ ਐਡਿਕਟ ਦੀ ਕਾਉਂਸਲਿੰਗ ਕਰਨੀ ਹੈ ਉਹਨੂੰ ਇਹ ਪਹਿਲੀ ਚੀਜ਼ ਨਾ ਕਹੋ ਵੀ ਇਹ ਮਾੜੀ ਚੀਜ਼ ਹੈ, ਉਹ ਸੁਣਨ ਨੂੰ ਤਿਆਰ ਨਹੀਂ ਹੋਊਗਾ ਤੁਹਾਡੀ ਗੱਲ। ਉਹਨੂੰ ਕਹੋ ਵੀ ਮਾੜੀ ਚੀਜ਼ ਨਹੀਂ ਹੈ ਪਰ ਤੇਰੇ ਲਈ ਨਹੀਂ ਬਣੀ। ਉਹ ਜਿਹਨੂੰ ਸਾਰੀ ਉਮਰ ਉਹਨੇ 15 ਸਾਲ 20 ਸਾਲ ਦੀ ਐਡਿਕਸ਼ਨ, ਉਹ ਆਪਣੇ ਬੱਚਿਆਂ ਨਾਲੋਂ, ਵਾਈਫ ਨਾਲੋਂ ਜ਼ਿਆਦਾ ਜਿਹਨੂੰ ਪਿਆਰ ਕਰਦਾ ਰਿਹਾ, ਉਹਨੂੰ ਉਹਦੇ ਬਾਰੇ ਮਾੜਾ ਨਹੀਂ ਸੁਣ ਸਕਦਾ ਉਹ। ਪਰ ਮੰਨਣਾ ਪੈਣਾ ਵੀ ਉਹ ਨੁਕਸਾਨ ਕਰ ਰਹੀ ਹੈ ਮੈਨੂੰ। ਜਦੋਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਸਾਡਾ ਬੇਟਾ ਉਹ ਨੈਚੁਰਲ ਕਾਉਂਸਲਰ ਹੈ, ਉਹ ਸਾਡੀ ਵੀ ਕਾਉਂਸਲਿੰਗ ਕਰਦਾ। ਜਦੋਂ ਸਾਡੇ ਝਗੜਾ ਹੁੰਦਾ ਸੀ, ਇਹ ਉਹਨੂੰ ਹੀ ਸ਼ਿਕਾਇਤ ਕਰਦੇ ਸੀ ਵੀ ਆਸਟ੍ਰੇਲੀਆ ਵੀ ਇਹ ਹੋ ਗਿਆ। ਉਹਨੇ ਮੈਨੂੰ ਪੁੱਛਿਆ, ਕਹਿੰਦਾ ਪਾਪਾ ਕੀ ਪ੍ਰੋਬਲਮ ਹੈ ਤੁਹਾਨੂੰ। ਉਦੋਂ ਤਾਂ ਮਤਲਬ ਮੈਂ ਪੀਤੀ ਹੁੰਦੀ ਸੀ ਜਦੋਂ ਫੋਨ ਆਉਂਦਾ ਸੀ ਉਹਦਾ। ਮੈਂ ਕਿਹਾ ਵੀ ਵੀ ਕਾਂਟ ਸਟੈਂਡ ਈਚ ਅਦਰ। ਕਹਿੰਦਾ ਫਿਰ ਦੈਨ ਗੋ ਫॉर ਡਿਵੋਰਸ। ਇਹੀ ਕਹਿੰਦਾ ਬਚਿਆ ਤੁਹਾਡੇ ਲਈ ਜੋ ਮੈਂ ਸੁਣਿਆ ਇੰਨੀ ਦੇਰ ਦਾ, ਤੁਹਾਡੇ ਦੋਨਾਂ ਦੀ ਗੱਲ ਸੁਣ ਰਿਹਾ। ਅਤੇ ਇਹ ਪੀਣਾ ਤਾਂ ਕੋਈ ਹੈ ਨਹੀਂ ਗਾ। ਕਹਿੰਦਾ ਤੁਸੀਂ ਮਰ ਜਾਓਗੇ ਫਿਰ। ਕਹਿੰਦਾ ਤੁਸੀਂ ਅਲੱਗ-ਅਲੱਗ ਰਹਿ ਜਾਓ, ਅਸੀਂ ਅਲੱਗ-ਅਲੱਗ ਮਿਲ ਲਿਆ ਕਰਾਂਗੇ ਤੁਹਾਨੂੰ। ਤਾਂ ਉਹ ਫਿਰ ਜਿਹੜੀ ਚੀਜ਼ ਮੈਨੂੰ ਨੁਕਸਾਨ ਕਰ ਰਹੀ ਹੈ, ਬੋਤਲ ਭਾਵੇਂ ਲੋਕਾਂ ਲਈ 1000 ਚੰਗੀ ਹੋਵੇ, ਉਹ ਮੇਰੇ ਲਈ ਚੰਗੀ ਨਹੀਂ ਹੈ, ਅਤੇ ਉਹ ਤੋਂ ਦੂਰ ਹੀ ਰਹਿਣਾ ਚੰਗਾ। ਇਹਦਾ ਵੀ ਮੈਂ ਮੈਂਬਰ ਰਿਹਾ। ਇਹਦੇ ਨਾਲ ਮੇਰੇ ਇੱਕ ਵਾਰੀ ਡਿਸਕਸ਼ਨ ਹੋ ਗਈ ਸੀ। ਉਹ ਕਹਿੰਦੇ ਵੀ ਉਹ ਜਿਹੜੇ ਸਟੈਪਸ ਹੈ 12 ਸਟੈਪਸ, ਉਹਦੇ 'ਚੋਂ ਕਹਿੰਦੇ ਆ ਵੀ ਇਹ ਅੰਡਰਸਟੈਂਡ ਕਰੀਏ ਵੀ ਇਹ ਸਾਡੇ ਨਾਲੋਂ ਸਟਰੋਂਗ ਹੈ, ਬੋਤਲ ਮੇਰੇ ਨਾਲੋਂ ਸਟਰੋਂਗ ਹੈ। ਮੈਂ ਕਿਹਾ ਵੀ ਬੋਤਲ ਮੇਰੇ ਨਾਲੋਂ ਸਟਰੋਂਗ ਨਹੀਂ ਜਦ ਤੱਕ ਮੈਂ ਉਹਨੂੰ ਛੇੜਦਾ ਨਹੀਂ। ਉਹਨੂੰ ਸਟਰੋਂਗ ਕਰਨ 'ਚ ਮੇਰਾ ਹੱਥ ਹੋਣਾ ਪਹਿਲਾਂ। ਮੈਂ ਜਾ ਕੇ ਬਾਜ਼ਾਰੋਂ ਖਰੀਦੂੰਗਾ, ਪਹਿਲਾ ਸਟੈਪ। ਦੂਜਾ ਸਟੈਪ ਘਰ ਲਿਆ ਕੇ ਉਹਨੂੰ ਖੋਲੂੰਗਾ, ਗਲਾਸ 'ਚ ਪਾਊਂਗਾ, ਦੂਜਾ ਸਟੈਪ। ਤੀਜਾ ਸਟੈਪ ਜਦੋਂ ਉਹ ਅੰਦਰ ਜਾਊਗੀ, ਉਹਨੂੰ ਸਟਰੋਂਗ ਕਰਨ 'ਚ ਮੇਰਾ ਹੱਥ ਜ਼ਿਆਦਾ ਹੈ। ਇਹ ਬੋਤਲ ਅੰਦਰ ਪਈ ਹੈ ਤਾਂ ਮੈਨੂੰ ਕੀ ਉਹ ਕਹਿੰਦੀ ਹੈ। ਸੋ ਇਹ ਆਪਣਾ ਆਪਣਾ ਪਰਸੈਪਸ਼ਨ ਹੈ ਤੁਹਾਡੀ। ਪ੍ਰਦੀਪ ਭਾਜੀ, ਇਸ ਤਰ੍ਹਾਂ ਨਹੀਂ ਵੀ ਆਪਾਂ ਛੱਡੀ ਆ ਅਤੇ ਲਾਗੇ ਕੋਈ ਕਹਿੰਦਾ ਯਾਰ ਵਿਸਕੀ ਬੜੀ ਵਧੀਆ ਆਈ, ਅਤੇ ਮੂੰਹ 'ਚ ਪਾਣੀ ਨਹੀਂ ਆ ਜਾਂਦਾ। ਇਹ ਹੁਣ ਨਹੀਂ ਆਉਂਦਾ ਸਰ, ਪਹਿਲਾਂ ਆਉਂਦਾ ਸੀ, ਸ਼ੁਰੂ 'ਚ ਹੁੰਦਾ। ਪਰ ਉਹੋ ਜਿਹੇ ਬੰਦਿਆਂ ਨੂੰ, ਇਹ ਮੇਰੀ ਫਿਲਟਰ ਸੀ, ਉਹਨਾਂ ਨੂੰ ਨੇੜੇ ਨਹੀਂ ਸੀ। ਇਹਨੇ 3-4 ਸਾਲ ਇਹਦੇ ਬ੍ਰਦਰ, ਨਾਮ ਵੀ ਦੋਨਾਂ ਦਾ ਇੱਕੋ ਹੀ ਹੈ, ਉਹ ਰਿਟਾਇਰਡ ਬ੍ਰਿਗੇਡੀਅਰ। ਤਾਂ ਹੀ ਕਾਬੂ ਆਏ। ਨਹੀਂ ਉਹਨਾਂ ਦੇ ਕਰਕੇ ਨਹੀਂ, ਇਹ ਬੜਾ ਪਿਆਰ ਹੈ ਉਹਨਾਂ ਦੇ। ਫੰਕਸ਼ਨ ਸੀ ਕੋਈ ਬਹੁਤ ਵੱਡਾ,
ਅੱਛਾ। ਇੱਥੋਂ ਮੈਨੂੰ ਸਾਲ ਕੁ ਹੋਇਆ ਸੀ ਇੱਥੋਂ ਆਰਮਿਟੇਜ ਤੋਂ ਗਏ ਨੂੰ, ਹਾਂ ਤੇ ਉਹ ਕਹਿੰਦੇ ਵੀ ਤੁਸੀਂ ਆਉਣਾ। ਇਹ ਕਹਿੰਦੇ ਵੀ ਉੱਥੇ ਡਰਿੰਕ ਸਰਵ ਹੋਣਗੀਆਂ। ਹਾਂ ਉਹ ਕਹਿੰਦੇ ਵੀ ਫੌਜੀ ਦੀ ਪਾਰਟੀ ਹੈ, ਡਰਿੰਕ ਤਾਂ ਹੋਣੀ ਹੈ। ਕਹਿੰਦੀ ਅਸੀਂ ਆ ਕੇ ਸ਼ਗਨ ਦੇ ਜਾਵਾਂਗੇ, ਮੈਂ ਆਪਣੇ ਘਰ ਵਾਲੇ ਨੂੰ ਉੱਥੇ ਨਹੀਂ ਲੈ ਕੇ ਜਾਣਾ ਜਿੱਥੇ ਡਰਿੰਕ ਸਰਵ ਹੋ ਰਹੀਆਂ। ਵੀ ਤੁਸੀਂ ਨਾਰਾਜ਼ ਹੋ ਜਾਓ, ਭਾਵੇਂ ਜੋ ਮਰਜ਼ੀ ਹੋ ਜਾਓ, ਮੈਂ ਨਹੀਂ ਇੱਥੇ ਆਉਣਾ। ਤੁਹਾਨੂੰ ਪਹਿਲਾਂ ਆ ਕੇ ਹਾਜ਼ਰੀ ਲਵਾ ਜਾਵਾਂਗੇ ਤੇ ਅਸੀਂ ਚੱਲ ਜਾਵਾਂਗੇ। ਭੈਣ ਜੀ ਰਿਸ਼ਤੇਦਾਰ ਨਹੀਂ ਛੁੱਟ ਜਾਣਗੇ? ਜਿਹੜੇ ਸੱਚੇ ਰਿਸ਼ਤੇਦਾਰ ਨੇ ਉਹ ਨਹੀਂ ਛੁੱਟਦੇ। ਅੱਛਾ ਇਟਸ ਓਕੇ। ਹਾਂ ਸਬਸਟੈਂਸ ਮੇਰੇ ਲਈ ਨਹੀਂ ਬਣਿਆ, ਇਹ ਰਿਅਲਾਈਜੇਸ਼ਨ ਕਿਸ ਫੇਸ ਤੇ ਜਾ ਕੇ ਆਉਂਦੀ ਹੈ? ਦੇਖੋ ਜੀ, ਇਹ ਡਿਪੈਂਡ ਕਰਦਾ ਹੈ ਤੁਹਾਡੀ ਰਿਕਵਰੀ ਕਿਸ ਸਪੀਡ ਨਾਲ ਚੱਲ ਰਹੀ ਹੈ, ਤੁਹਾਡੀ ਬਿਮਾਰੀ ਕਿੰਨੀ ਪੁਰਾਣੀ ਹੈ, ਔਰ ਤੁਹਾਡੀਆਂ ਲਾਈਫ 'ਚ ਪ੍ਰਾਇੋਰਟੀਜ਼ ਕੀ ਹੈ। ਰਿਅਲਾਈਜ਼ ਤੁਹਾਨੂੰ ਆਪ ਹੀ ਕਰਨਾ ਪੈਣਾ ਵੀ ਇਹ ਮੇਰੇ ਲਈ ਨਹੀਂ ਬਣੀ। ਔਰ ਐਬਸਟੈਨਿਜ਼ਮ ਲਈ ਵੀ ਇਹ ਬਹੁਤ ਜ਼ਰੂਰੀ ਹੈ, ਰਿਕਵਰੀ ਲਈ ਵੀ ਬਹੁਤ ਜ਼ਰੂਰੀ ਹੈ। ਜਿੰਨਾ ਛੇਤੀ ਰਿਅਲਾਈਜ਼ ਕਰੋਗੇ, ਓਨੀਆਂ ਕ੍ਰੇਵਿੰਗ ਦੂਰ ਕਰਨ 'ਚ ਤੁਸੀਂ ਦਵਾਈਆਂ ਜੋ ਖਾਂਦੇ ਹੋ, ਜੇ ਇਹ ਰਿਅਲਾਈਜ਼ ਕਰ ਲਓਗੇ ਤਾਂ ਓਨੀ ਤੁਹਾਡੀ ਕ੍ਰੇਵਿੰਗ ਇਹ ਨਹੀਂ ਵੀ ਘਟਣਗੀਆਂ ਜਾਂ ਆਉਣਗੀਆਂ, ਨਹੀਂ, ਉਹਨਾਂ ਨੂੰ ਡੀਲ ਕਰਨ 'ਚ ਤੁਹਾਡੀ ਮਦਦ ਆਊਗੀ। ਸਰ ਰਿਜ਼ਰਵੇਸ਼ਨਸ ਜਿਹੜੀਆਂ ਆਪਾਂ ਰੱਖੀਆਂ ਹੁੰਦੀਆਂ ਡੀਪ ਡਾਊਨ ਲੈਵਲ ਤੇ, ਹਾਂਜੀ, ਰਿਜ਼ਰਵੇਸ਼ਨਸ ਵੀ ਚਲੋ ਉਦੋਂ ਗੁੰਜਾਇਸ਼ ਉਹੀ ਉਹ ਮੈਂ ਨੈਕਸਟ ਸਟੈਪ ਉਹ ਆ ਰਿਹਾ। ਰਿਲੈਪਸ ਉਦੋਂ ਹੁੰਦਾ ਜਦੋਂ ਆਪਾਂ ਆਪਸ਼ਨ ਓਪਨ ਰੱਖ ਕੇ ਚੱਲਦੇ ਹਾਂ ਵੀ ਚਲੋ ਬੀਅਰ ਲੈ ਸਕਦੇ ਹਾਂ ਜਾਂ ਆਹ ਕਰ ਸਕਦੇ ਹਾਂ। ਆਪਸ਼ਨ ਆਪਣੇ ਕੋਲ ਹੈ ਹੀ ਨਹੀਂ ਗੀ, ਵੀ ਹੈਵ ਗਾਟ ਨੋ ਆਪਸ਼ਨਸ। ਜਿੱਦਾਂ ਉਹ ਮੈਂ ਜੋਕ ਸੁਣਾਉਂਦਾ ਹੁੰਦਾ ਵੀ ਵਾਈਫ ਪੁੱਛਦੀ ਹਸਬੈਂਡ ਨੂੰ ਵੀ ਡਿਨਰ, ਉਹ ਕਹਿੰਦਾ ਵੀ ਵਾਟ ਆਰ ਦਾ ਆਪਸ਼ਨਸ, ਵੀ ਕੀ ਬਣਿਆ। ਉਹ ਕਹਿੰਦੀ ਆਪਸ਼ਨਸ ਆਰ ਯੈਸ ਔਰ ਨੋ, ਵੀ ਖਾਣਾ ਜਾਂ ਨਹੀਂ ਖਾਣਾ। ਤੋ ਆਪਣੇ ਲਈ ਆਪਸ਼ਨ ਹੈ ਨੋ, ਹੋਰ ਕੋਈ ਆਪਸ਼ਨ ਨਹੀਂ ਗੀ। ਹਾਂਜੀ, ਕਰੋ ਜਿਹੜਾ ਤੁਸੀਂ ਐਬਸਟੀਨੈਂਸ ਵਰਡ ਯੂਜ਼ ਕਰਦੇ ਹੋ, ਇਹਦਾ ਮਤਲਬ ਕੀ ਹੈ ਤੇ ਇਹਦਾ ਆਪਣਾ ਪ੍ਰੋਸੈਸ ਕਿਉਂ ਹੋਣਾ ਚਾਹੀਦਾ ਜ਼ਰੂਰੀ? ਐਬਸਟੈਨਿਜ਼ਮ ਦੇਖੋ ਜੀ, ਇਹ ਦੋਨੋਂ ਅਲੱਗ-ਅਲੱਗ ਚੀਜ਼ਾਂ ਹੈ, ਰਿਕਵਰੀ ਐਂਡ ਐਬਸਟੈਨਿਜ਼ਮ। ਤੁਸੀਂ ਪੂਰੀ ਲਾਈਫ ਐਬਸਟੈਨਿਜ਼ਮ 'ਚ ਰਹਿ ਸਕਦੇ ਹੋ ਪਰ ਰਿਕਵਰੀ 'ਚ ਨਹੀਂ ਹੋ ਸਕਦੇ। ਮਤਲਬ ਦੱਸੋ ਸਰ ਪਹਿਲਾਂ। ਐਬਸਟੈਨਿਜ਼ਮ ਇਜ਼ ਵੀ ਤੁਸੀਂ ਉਹ ਸਬਸਟੈਂਸ ਤੋਂ ਦੂਰ ਹੋ ਕਿਸੇ ਕਾਰਨ, ਵੀ ਤੁਹਾਨੂੰ ਡਾਕਟਰ ਨੇ ਕਨਵਿੰਸ ਕਰਤਾ ਜਾਂ ਇਹ ਹੈ, ਬਟ ਸਟਿਲ ਦੇਰ ਆਰ ਥਿੰਗਸ ਲਾਈਕ ਡਰਾਈ ਡਰੰਕ। ਵੀ ਉਹ ਡਰਾਈ ਡਰੰਕ ਕੀ ਚੀਜ਼ ਹੈ, ਵੀ ਤੁਸੀਂ ਪੀਤੀ ਨਹੀਂ ਹੈ ਪਰ ਤੁਸੀਂ ਸਾਰਾ ਦਿਨ ਸੋਚੀ ਜਾ ਰਹੇ ਹੋ ਵੀ ਅੱਛਾ ਉਹ ਪੀਂਦੇ ਹੋਣੇ, ਉੱਥੇ ਉਹ ਬੈਠਾ ਉੱਥੇ ਲਾ ਰਿਹਾ ਹੋਣਾ, ਆਹ ਦੇਖੋ ਇਹ ਫਿਰ ਦੁਬਾਰਾ ਪੀਣ ਲੱਗ ਗਿਆ, ਇਹਨੂੰ ਤਾਂ ਕੁਛ ਨਹੀਂ ਹੋਇਆ। ਦੈਟ ਇਜ਼ ਡਰਾਈ ਡਰੰਕ। ਯੂ ਆਰ ਨਾਟ ਲਿਵਿੰਗ ਯੋਰ ਲਾਈਫ। ਤੁਹਾਨੂੰ ਫਿਜ਼ੀਕਲ ਹਾਰਮ ਨਹੀਂ ਹੋ ਰਿਹਾ, ਮੈਂਟਲ ਹਾਰਮ ਹੋ ਰਿਹਾ ਉਹਦਾ। ਇਫ ਯੂ ਆਰ ਨਾਟ ਇਨ ਰਿਕਵਰੀ, ਤੁਹਾਨੂੰ ਮੈਂਟਲੀ ਹਾਰਮ ਕਰ ਰਹੀ ਹੈ ਉਹਦੀ ਸੋਚ। ਇਹ ਐਬਸਟੀਨੈਂਸ ਹੋ ਗਿਆ, ਇਹ ਐਬਸਟੀਨੈਂਸ ਹੋ ਗਿਆ ਵੀ ਤੁਹਾਨੂੰ ਮੈਂਟਲੀ ਹਾਰਮ ਕਰ ਰਹੀ ਹੈ। ਰਿਕਵਰੀ ਇਜ਼ ਤੁਸੀਂ ਮੈਂਟਲੀ ਵੀ ਆਪਣੇ ਮੈਂਟਲ ਡੀਟੌਕਸ, ਇੱਥੇ ਤੁਹਾਡਾ ਫਿਜ਼ੀਕਲ ਡੀਟੌਕਸ ਹੁੰਦਾ, ਬਟ ਵੈਨ ਯੂ ਕਮ ਇਨ ਟੂ ਰਿਕਵਰੀ ਤੁਸੀਂ ਮੈਂਟਲ ਡੀਟੌਕਸ ਆਪਣੇ ਆਪ ਦਾ ਕਰਦੇ ਹੋ ਤਾਂ ਕਿ ਉਹ ਦੁਬਾਰਾ ਤੁਹਾਡੇ ਦਿਮਾਗ 'ਚ, ਕਿਉਂਕਿ ਫਿਰ ਦਿਮਾਗ ਤੋਂ ਉਹ ਦੁਬਾਰਾ ਤੁਹਾਡੇ 'ਚ ਆਉਣੀ ਹੈ। ਇਹਦੇ ਵਾਸਤੇ ਸਕਿੱਲਸ ਚਾਹੀਏ ਤੇ ਬਲ ਚਾਹੀਦਾ। ਸਕਿੱਲ ਠੀਕ ਹੈ, ਜਿਹੜੇ ਇਹ ਇੱਥੇ ਸਟੈਪਸ ਸਿਖਾਉਂਦੇ ਆ, ਤੋ ਉਹ ਸਟੈਪਸ ਵੀ ਹੈਵ ਗੋਟ, ਉਹ ਕਹਿੰਦੇ ਆਪਸ਼ਨ ਨਹੀਂ ਸਾਨੂੰ ਰਾਈਟ ਲੈਫਟ ਜਾਣ ਦੀ। ਜਿਹੜਾ ਰਾਹ ਸਿੱਧਾ ਦਿਖਾਇਆ ਵੀ ਅਸੀਂ ਇਹ ਨਹੀਂ ਟਰਾਈ ਕਰ ਸਕਦੇ ਵੀ ਇੱਧਰ ਸ਼ਾਰਟਕਟ ਲੈ ਕੇ ਦੇਖੀਏ ਸ਼ਾਇਦ ਇਹ ਛੇਤੀ ਪਹੁੰਚ ਜਾਈਏ, ਉਹ ਆਪਣੇ ਕੋਲ ਆਪਸ਼ਨਸ ਨਹੀਂ ਆ। ਜਿਹੜਾ ਰਾਹ ਦਿਖਾਇਆ ਉਹਦੇ 'ਚ ਤੁਰੇ ਜਾਈਏ, ਭਾਵੇਂ ਰੁਕਣਾ ਨਹੀਂ ਹੈ ਇਹਦੇ 'ਚ, ਰਿਕਵਰੀ 'ਚ ਚੱਲਣਾ ਪੈਣਾ, ਭਾਵੇਂ ਸਲੋ ਹੈ, ਸਪੀਡ
ਇਹਦੇ 'ਚ ਮੈਟਰ ਨਹੀਂ ਕਰਦੀ। ਅੱਛਾ, ਹੁਣ ਤੁਹਾਡੀ ਰੂਟੀਨ ਕੀ ਹੈਗੀ? ਰੂਟੀਨ ਦੱਸੋ ਸਾਨੂੰ। ਰੂਟੀਨ ਕਿੰਨੀ ਕੁ ਹੈਲਪ ਕਰਦੀ ਤੁਹਾਡੀ? ਸਰ ਰੂਟੀਨ ਜਿਹੜਾ ਟਾਈਮ ਮੈਂ ਡਰਿੰਕ ਕਰਨ 'ਚ ਸਪੈਂਡ ਕਰਦਾ ਸੀ, ਨੋਰਮਲੀ 10-11 ਘੰਟੇ ਤਾਂ ਮਿਨੀਮਮ ਐਵਰੇਜ ਹੁੰਦੇ ਸੀ, ਉਹ ਹੁਣ ਫॉर ਰਿਕਵਰੀ ਮੈਨੂੰ ਇਹ ਜ਼ਰੂਰੀ ਹੈ ਕਿ ਉਸ ਟਾਈਮ ਨੂੰ ਮੈਂ ਕਿਸੇ ਐਸੀ ਚੀਜ਼ 'ਚ ਕਰਾਂ ਜਿਹੜੀ ਮੈਨੂੰ ਨੁਕਸਾਨ ਨਹੀਂ ਪਹੁੰਚਾ ਰਹੀ। ਹੌਬੀਜ਼, ਜਿੱਦਾਂ ਮੈਂ ਇਹਨੂੰ ਕਿਹਾ ਵੀ ਮੈਂ ਮਿਊਜ਼ਿਕ, ਮੈਨੂੰ ਪਹਿਲਾਂ ਕੋਈ ਸੁਣਨ ਦਾ ਸ਼ੌਕ ਸੀ, ਕੋਈ ਇਹ ਨਹੀਂ ਵੀ ਜਾਂ ਗਾਣ ਦਾ ਜਾਂ ਕੋਈ ਇੰਸਟਰੂਮੈਂਟਸ ਦਾ। ਮੈਂ ਇਹਨੂੰ ਕਿਹਾ ਵੀ ਮੈਂ ਇੰਸਟਰੂਮੈਂਟ ਸਿੱਖਣਾ। ਇਹ 4 ਸਾਲ ਪੁਰਾਣੀ ਗੱਲ ਹੈ ਅਜੇ। ਅਤੇ ਇਹ ਕਹਿੰਦੀ, ਜਿੱਥੇ ਇਹ ਸਕੂਲ 'ਚ ਸੀ ਨਾਲ ਹੀ ਟੀਚਰ ਸੀ, ਉਹ ਬਹੁਤ ਅੱਛਾ ਮਿਊਜ਼ਿਕ ਟੀਚਰ ਹੈ, ਉਹ ਪ੍ਰਾਈਵੇਟ ਕਲਾਸਿਸ ਚਲਾਉਂਦਾ ਸੀ। ਇਹ ਕਹਿੰਦੀ ਵੀ ਮੈਂ ਆਪਣੇ ਹਸਬੈਂਡ ਨੂੰ, ਪਹਿਲਾਂ ਤਾਂ ਉਹ ਹੈਰਾਨ ਵੀ ਇੰਨੇ ਵੱਡੇ, ਕਹਿੰਦੇ ਮੇਰੇ ਕੋਲ ਤਾਂ 5-5 6-6 ਸਾਲ ਦੇ ਬੱਚੇ ਆਉਂਦੇ ਆ। ਇਹ ਕਹਿੰਦੇ ਵੀ ਨਹੀਂ, ਉਹਨਾਂ ਨੂੰ ਕਰਾਉਣਾ ਅਤੇ ਫੀਸ ਤੁਸੀਂ ਜ਼ਰੂਰ ਲੈਣੀ ਹੈ। ਉਹ ਮੈਂ ਸਿੰਥਸਾਈਜ਼ਰ ਸਿੱਖਣਾ ਸ਼ੁਰੂ ਕੀਤਾ ਅਤੇ ਉਹਨਾਂ ਨੇ ਇੱਕ ਪ੍ਰੋਫੈਸ਼ਨਲ ਇੱਕ ਪ੍ਰੈਜੈਂਟੇਸ਼ਨ ਉਹਨਾਂ ਦੇ ਸਕੂਲ ਵੱਲੋਂ ਹੋਈ ਸੀ, ਉਹਦੇ 'ਚ ਕਹਿੰਦੇ ਵੀ ਤੁਸੀਂ ਇਹਨਾਂ ਦੇ ਲਈ ਕੋਈ ਗਾਣਾ ਵਜਾਣਾ। ਉਹਦੇ 'ਚ ਮੈਨੂੰ ਅਜੇ ਵੀ ਯਾਦ ਹੈ, ਉਹਦੇ 'ਚ ਬੜਾ ਮੈਨੂੰ ਪ੍ਰੇਜ਼ ਮਿਲੀ ਸੀ ਉਹਦੇ 'ਚ। ਅਤੇ ਉਹ ਜਬ ਕੋਈ ਬਾਤ ਵਿਗੜ ਜਾਏ, ਅੱਛਾ, ਉਹ ਮੈਂ ਸੀਗਾ। ਅਤੇ ਉਹਨਾਂ ਨੇ ਇੰਟਰੋਡਿਊਸ ਹੀ ਇੱਦਾਂ ਕੀਤਾ ਸੀ, ਜਿਹੜਾ ਪਹਿਲਾ ਸੀ ਉਹਨਾਂ ਦਾ ਬੈਸਟ ਸਟੂਡੈਂਟ ਸੀ, ਉਹ 6 ਸਾਲ ਦਾ ਬੱਚਾ ਸੀ। ਪਹਿਲਾਂ ਉਹਨੇ ਕੀਤਾ, ਕਹਿੰਦੇ ਯੰਗੈਸਟ ਅਤੇ ਫਿਰ ਓਲਡੈਸਟ। 64 ਸਾਲ ਦਾ ਉਦੋਂ ਸੀ ਮੇਰੀ ਉਮਰ, ਵੀ 64 ਸਾਲ ਦਾ ਅਤੇ 6 ਸਾਲ ਦਾ। ਅਤੇ ਉਸ ਤੋਂ ਬਾਅਦ ਫਿਰ ਜਿੱਦਾਂ ਮੈਂ ਆਪਣੀ ਇਹਦੇ 'ਚ ਪੜ੍ਹਾਈ 'ਚ ਸ਼ੁਰੂ ਕਰਤਾ। ਹੁਣ ਮੈਂ ਆਪਣਾ ਸ਼ੁਰੂ ਕਰ ਰਿਹਾ ਆਰਟੀਕਲਸ ਵਗੈਰਾ ਇਹਦੇ ਬਾਰੇ ਹੀ ਲਿਖਣੇ, ਅਤੇ ਉਹ ਬਿਜ਼ੀ ਤਾਂ ਰੱਖਣਾ ਪੈਣਾ ਆਪਣੇ ਨੂੰ। ਪਰ ਇੱਕ ਤੁਸੀਂ ਗੱਲ ਕਹੀ ਕਿ ਪਰਫੈਕਸ਼ਨਿਸਟ ਹੋਣ ਦਾ ਬਹੁਤ ਹੀ ਤੁਹਾਨੂੰ, ਉਸ 'ਤੇ ਮੈਂ ਕੰਮ ਕੀਤਾ। ਹੁਣ ਮੈਂ ਕਿੱਦਾਂ ਕੀਤਾ? ਮਤਲਬ ਉਹ ਸਾਡੇ ਸਾਰਿਆਂ ਵਿੱਚ ਬੜੀ ਆਉਂਦੀ ਹੈ ਕਿ ਸੈਂਟਰ ਆਫ ਅਟਰੈਕਸ਼ਨ ਮੈਂ ਹਾਂ ਅੱਜ ਦਾ। ਨਹੀਂ, ਉਹ ਪਰਫੈਕਸ਼ਨਿਸਟ ਨਹੀਂ ਹੈ, ਉਹ ਤਾਂ ਅਟੈਂਸ਼ਨ ਸੀਕਿੰਗ ਦੀ ਗੱਲ। ਕੈਨ ਆਈ ਇੰਟਰਪਟ? ਹਾਂਜੀ ਹਾਂਜੀ। ਉਸ ਟਾਈਮ ਤੇ ਲਵਲੀਨ ਕੀ ਹੁੰਦਾ ਸੀਗਾ, ਫਾਲਟ ਫਾਈਂਡਿੰਗ ਬਹੁਤ ਜ਼ਿਆਦਾ ਸੀ, ਕਿਉਂਕਿ ਜਿਹੜੀ ਵੀ ਅਸੀਂ ਜੌਬਸ ਦੇ ਵਿੱਚ ਵੀ ਗਏ ਆ, ਉਹਦੇ 'ਚ ਇਹੀ ਹੁੰਦਾ ਸੀਗਾ, ਹੀ ਵਾਜ਼ ਦਾ ਫਰਸਟ ਵਨ ਟੂ ਟਰਾਈ ਟੂ ਫਾਈਂਡ ਫਾਲਟਸ, ਕਿ ਮੇਰੇ 'ਚ ਤਾਂ ਕੁਛ ਨਹੀਂ ਹੈਗਾ, ਉੱਥੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਨਾ, ਉਹ ਨਹੀਂ ਠੀਕ ਕੰਮ ਕਰ ਰਹੇ। ਅਤੇ ਇਸ ਕਰਕੇ ਮੈਂ ਇਰੀਟੇਟ ਹੁੰਦਾ ਉਹਨਾਂ ਤੋਂ, ਅਤੇ ਇਰੀਟੇਟ ਹੁੰਦਾ ਅਤੇ ਉਹਨੂੰ ਆਪਣੀ ਇਰੀਟੇਸ਼ਨ ਨੂੰ ਦਬਾਉਣ ਲਈ ਜਾਂ ਉਹਨੂੰ ਸੈਟਿਸਫਾਈ ਕਰਨ ਲਈ ਫਿਰ ਤੁਸੀਂ ਡਰਿੰਕ ਲੈਂਦੇ ਹੋ। ਉਦੋਂ ਫਾਲਟ ਫਾਈਂਡਿੰਗ 'ਤੇ ਬਹੁਤ ਹਮੇਸ਼ਾ ਹੁੰਦੇ ਸੀ, ਅਤੇ ਹਮੇਸ਼ਾ ਮੈਨੂੰ ਵੀ ਇਹੀ ਲੱਗਦਾ ਸੀ ਵੀ ਯੂ ਵਿਲ ਨੈਵਰ ਗੈਟ ਅ ਪਰਫੈਕਟ ਪਲੇਸ। ਕੋਈ ਵੀ ਪਰਫੈਕਟ ਪਲੇਸ ਤਾਂ ਹੈ ਨਹੀਂ, ਨਾ ਕੋਈ ਪਰਫੈਕਟ ਬੰਦਾ ਹੈਗਾ। ਅਤੇ ਆਪਾਂ ਨੂੰ ਸਮੇਂ ਦੇ ਅਨੁਸਾਰ ਅਤੇ ਜਗ੍ਹਾ ਦੇ ਅਨੁਸਾਰ, ਸਿਚੁਏਸ਼ਨ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਢਾਲਣਾ ਪੈਂਦਾ ਉਸ ਮਾਹੌਲ ਦੇ ਵਿੱਚ ਆਉਣ ਲਈ। ਸੋ ਉਹ ਸਾਡੇ 'ਚ ਅਸੀਂ ਉਹ ਸਕਿੱਲ ਅਜੇ ਨਹੀਂ ਸੀ ਅਪਣਾ ਪਾਏ, ਕਿਉਂਕਿ ਆਰਮੀ ਇੱਕ ਬੜੀ ਡਿਸਿਪਲਿਨਡ ਫੋਰਸ ਹੈ, ਬਹੁਤ ਹੀ ਔਰਗਨਾਈਜ਼ਡ ਫੋਰਸ ਹੈ। ਉੱਥੇ ਤੁਸੀਂ ਅਗਰ ਡਾਇਰੈਕਸ਼ਨ ਇੱਕ ਪਾਸੇ ਦਿੱਤੀ ਹੈ, ਤੁਸੀਂ ਉਹਨੂੰ ਫੋਲੋ ਕਰ ਰਹੇ ਹੋ। ਸਿਵਲ ਦੇ ਵਿੱਚ ਆ ਕੇ ਬਿਲਕੁਲ ਹੀ ਉਲਟਾ ਸੀਨ ਸੀਗਾ ਨਾ, ਕਿ ਸਭ ਕੋਈ ਆਪਣੀ ਮਨਮਰਜ਼ੀ ਦੇ ਨਾਲ ਚੱਲਦਾ, ਟਾਈਮਿੰਗਸ, ਵਰਕਿੰਗ, ਔਰ ਇੱਕ ਸਿਵਲ ਦੇ ਵਿੱਚ ਕੱਟ ਥਰੋਟ ਕੰਪੀਟੀਸ਼ਨ ਬਹੁਤ ਹੈ, ਜੈਲਸੀ ਬਹੁਤ ਹੈ। ਉਹਨਾਂ ਨੂੰ ਇਹ ਲੱਗਦਾ ਵੀ ਬੌਸ ਦੀਆਂ ਗੁੱਡ ਬੁੱਕਸ ਦੇ ਵਿੱਚ ਬੰਦਾ ਆ ਗਿਆ, ਅਗਰ ਇਹ ਕੰਮ ਕਰ ਰਿਹਾ ਤਾਂ ਮੇਰੀ, ਉਹ ਕਹਿੰਦੇ ਨੇ ਵੀ ਕੱਟੀ ਜਾਊਗੀ। ਸੋ ਉਸ ਚੀਜ਼ ਨੂੰ, ਇਹ ਬੰਦਾ ਬਹੁਤ ਸਿੰਪਲ ਸੀ, ਕਦੇ ਵੀ ਇਸ ਲਾਈਨ ਦੇ ਉੱਪਰ ਕਦੇ ਸੋਚਿਆ ਹੀ ਨਹੀਂ ਇਹਨਾਂ ਨੇ ਵੀ ਇਹ ਚੀਜ਼ਾਂ ਵੀ ਕਦੇ ਸਿਵਲ 'ਚ ਹੁੰਦੀਆਂ ਨੇ। ਜਿੱਦਣ ਆਰਮੀ ਛੱਡ ਕੇ ਆਏ ਸੀਗੇ, ਉਦਣ ਇਹ ਚੀਜ਼ਾਂ ਦਾ ਪਤਾ ਨਹੀਂ ਸੀਗਾ, ਇਸੇ ਕਰਕੇ ਐਡਜਸਟ ਨਹੀਂ ਕਰ ਸਕੇ, ਕਿਉਂਕਿ ਇਹ ਅਸੂਲਾਂ ਦੇ ਪੱਕੇ ਸੀ ਆਪਣੇ।
ਝੂਠ ਬੋਲਣਾ ਨਹੀਂ, ਬੇਈਮਾਨੀ ਕਰਨੀ ਨਹੀਂ। ਤੇ ਜਿਹੜਾ ਕੋਈ ਬੇਈਮਾਨੀ ਕਰ ਰਿਹਾ ਹੁੰਦਾ ਸੀ, ਅਗਰ ਉਹਨੂੰ ਫੜਦੇ ਸੀ ਤਾਂ ਫਿਰ ਡਰ ਵੀ ਲੱਗਦਾ ਸੀ ਕਿ ਉਹ ਮੈਨੂੰ ਹਾਰਮ ਨਾ ਕਰੇ। ਐਂਡ ਇਹ ਚੀਜ਼ ਬਹੁਤ ਪ੍ਰੈਵਲੈਂਟ ਹੋ ਗਈ ਸੀ ਜਦੋਂ ਇਹ ਨੈਸਲੇ 'ਚ ਕੰਮ ਕਰ ਰਹੇ ਸੀ, ਕਿਉਂਕਿ ਇਹਨਾਂ ਦੇ ਮਨ 'ਚ ਡਰ ਬੈਠ ਗਿਆ ਸੀ, ਕਿਉਂਕਿ ਇਹਨਾਂ ਨੇ ਬਹੁਤ ਵਾਰੀ ਉੱਥੇ ਉਹਨਾਂ ਦਾ ਜਿਹੜੇ ਵੀ ਕੈਂਟਰਸ ਆਉਂਦੇ ਸੀਗੇ ਉਹਨਾਂ ਦੇ ਵਿੱਚ ਵੇਟਸ ਦਾ ਬਹੁਤ ਜ਼ਿਆਦਾ ਉਹ ਮਤਲਬ ਕਿਵੇਂ ਕਹਾਂ ਵੀ ਡਿਸੈਪਸ਼ਨ ਸੀਗੀ। ਅਗਰ 200 ਲੀਟਰ ਹੈ ਤੇ ਐਕਚੁਅਲ 100 ਲੀਟਰ ਹੋਏਗਾ, ਤਾਂ 100 ਲੀਟਰ ਦਾ ਤਾਂ ਉਹਨਾਂ ਨੇ ਆਪਣੇ ਆਪ ਹਜਮ ਕਰ ਲੈਣਾ ਸਮਾਨ, ਤਾਂ ਉਹ ਇਹ ਫਿਰ ਫੜ ਲੈਂਦੇ ਸੀਗੇ। ਫਿਰ ਉਸ ਤੋਂ ਵਿੱਚੋਂ ਫਿਰ ਮੈਨੂੰ ਇਹਨਾਂ ਨੇ ਆ ਕੇ ਦੱਸਣਾ ਕਿ ਮੈਨੂੰ ਡਰ ਲੱਗ ਰਿਹਾ ਕਿ ਉਹਨਾਂ ਨੇ ਮੇਰਾ ਐਕਸੀਡੈਂਟ ਕਰ ਦੇਣਾ ਕਿਸੇ ਦਿਨ। ਕਿ ਜਿਹੜੇ ਪਾਵਰਫੁਲ ਬੰਦੇ ਨੇ, ਜਿਨ੍ਹਾਂ ਨੇ ਪੈਸਾ ਉੱਪਰ ਚੜ੍ਹਾਉਣਾ ਹੈ, ਆਪਣੇ ਗਲਤ ਕੰਮ ਕਰਾਣੇ ਨੇ, ਉਹਨਾਂ ਨੇ ਤਾਂ ਆਪਣਾ ਇੱਕ ਬਿਜ਼ਨਸ ਹੈ ਨਾ, ਉਹਨਾਂ ਨੇ ਤਾਂ ਆਪਣਾ ਪੈਸਾ ਬਣਾਉਣਾ। ਉਹਨਾਂ ਨੂੰ ਕੀ ਮਤਲਬ ਸਹੀ ਤਰੀਕੇ ਨਾਲ ਬਣਾਈਏ ਚਾਹੇ ਗਲਤ ਨਾ ਬਣਾਈਏ। ਸੋ ਇਹ ਬੰਦਾ ਫੌਜੀ ਸੀਗਾ, ਇਹਨੂੰ ਤਾਂ ਇਹ ਸੀਗਾ ਵੀ ਮੈਂ ਇੱਥੇ ਜੋਬ ਕਰ ਰਿਹਾ ਅਤੇ ਮੇਰੀ ਜੋਬ ਇਹੀ ਹੈ ਚੈੱਕ ਕਰਨਾ। ਸੋ ਅਗਰ ਮੈਂ ਨਹੀਂ ਚੈੱਕ ਕਰੂੰਗਾ ਤਾਂ ਆਈ ਐਮ ਐਟ ਫਾਲਟ। ਸੋ ਫਿਰ ਉਹ ਦੌਰਾਨ ਬਹੁਤ ਚੀਜ਼ਾਂ ਹੋਈਆਂ ਨੇ ਮਤਲਬ ਜਿਹੜੀਆਂ ਐਕਸੈਪਟੇਬਲ ਨਹੀਂ ਸੀਗੀਆਂ ਇਹਨਾਂ ਤੋਂ, ਅਤੇ ਇਸ ਕਰਕੇ ਇਹਨਾਂ ਨੂੰ ਲੱਗਦਾ ਸੀ ਵੀ ਉੱਥੇ ਬਹੁਤ ਗਲਤ ਕੰਮ ਹੋ ਰਹੇ ਨੇ, ਤਾਂ ਮੇਰੇ ਤੋਂ ਦੇਖੇ ਨਹੀਂ ਸੀ ਜਾ ਰਹੇ, ਇਹ ਮਿਸਫਿਟ ਬਣ ਗਏ। ਇਹ ਜਿਹੜੇ ਹੈਗੇ ਆ ਇਜ਼ ਆਰਮੀ ਬੈਕਗਰਾਊਂਡ ਪਰਸਨ, ਇੱਥੇ ਨਾ ਕਾਫੀ ਲੋਕੀ ਆ ਕੇ ਕਹਿੰਦੇ ਆ ਸਾਨੂੰ ਕਿ ਵੀ ਆਰਮੀ ਪਰਸਨਲ ਜਿਹੜੇ ਹੈਗੇ ਆ 2 ਪੈਗ ਲੈਂਦੇ ਆ ਤੇ ਉਹ ਬਿਲਕੁਲ ਠੀਕ ਰਹਿੰਦੇ ਆ। ਅਸੀਂ ਤਾਂ ਵੇਖਿਆ ਸਾਰਿਆਂ ਨੂੰ। ਇਹ ਜਿੰਨੀ ਦੇਰ ਮੈਂ ਆਰਮੀ 'ਚ ਰਿਹਾ, ਮੇਰੇ 2 ਅਸੂਲ ਸੀ। ਆਈ ਯੂਜ਼ ਟੂ ਅਵੋਇਡ ਡਰਿੰਕਿੰਗ ਡਿਊਰਿੰਗ ਡੇ ਟਾਈਮ। ਇਹ ਨਹੀਂ ਵੀ ਜ਼ਿਆਦਾ ਨਹੀਂ ਪੀਤੀ, ਕਈ ਵਾਰੀ ਪਾਰਟੀਜ਼ 7-7 8-8 ਪੈਗ ਵੀ ਹੁੰਦੇ ਰਹੇ, ਸ਼ਰਤਾਂ ਲਾ ਕੇ ਵੀ ਪੀਂਦੇ ਰਹੇ, ਪਰ ਮੇਰੇ ਇਹ 2 ਅਸੂਲ ਸ਼ੀਲ ਐਗਰੀ ਵਿਦ ਮੀ ਰਹੇ ਹੈ ਵੀ ਦਿਨੇ ਅਵੋਇਡ। ਇਕੱਲੇ ਮੈਂ ਆਰਮੀ 'ਚ ਕੋਈ ਵੀ ਐਸਾ ਸਿੰਗਲ ਡੇ ਨਹੀਂ ਹੋਇਆ ਵੀ ਮੈਂ ਇਕੱਲੇ ਨੇ ਪੀਤੀ ਹੋਵੇ ਘਰ ਬੈਠ ਕੇ। ਬਾਹਰ ਬਣੀ ਹੋਈ ਸੀ ਘਰ 'ਚ, ਪਰ ਮੈਂ ਇਕੱਲੇ ਕਦੇ ਨਹੀਂ ਪੀਤੀ। ਪਰ ਉਹ ਅਸੂਲ ਇੱਥੇ ਆ ਕੇ ਫਿਰ ਟੁੱਟ ਗਏ। ਸਰ ਜਿਹੜਾ ਕਿ ਆਪਣਾ ਹੈਗਾ, ਲੋਕੀ ਇਹ ਕਹਿੰਦੇ ਆ ਕਿ ਵੀ ਆਪਣਾ ਜਿਹੜਾ ਆਰਮੀ ਪਰਸਨਲ ਹੈਗਾ ਉਹਦੇ ਆਪਣਾ ਜਿਵੇਂ ਕਿ ਯੂਜ਼ ਟੂ ਹੁੰਦੇ ਤੁਸੀਂ ਡਰਿੰਕਸ ਦੇ, ਅਤੇ ਹੁਣ ਤੁਹਾਨੂੰ ਪਾਰਟੀ ਦੇ ਵਿੱਚ ਕਾਫੀ ਆਰਮੀ ਪਰਸਨਲ ਮੀਨ ਯੂਰ ਫਰੈਂਡਸ ਆਰ ਦੇਅਰ, ਐਵਰੀਬਡੀ ਡਰਿੰਕਸ, ਫਿਰ ਤੁਸੀਂ ਪਾਰਟੀ ਅਵੋਇਡ ਕਰ ਜਾਂਦੇ ਹੋ, ਕੀ ਕਰਦੇ ਹੋ ਤੁਸੀਂ? ਕਿਸ ਤਰ੍ਹਾਂ ਹੁਣ? ਹਾਂ ਨਹੀਂ, ਹੁਣ ਅਸੀਂ 4 ਸਾਲ ਇਨਟੂ ਰਿਕਵਰੀ ਅਸੀਂ ਅਵੋਇਡ ਕੀਤੀਆਂ, ਕਿਸੇ ਪਾਰਟੀ 'ਚ ਨਹੀਂ ਗਏ ਜਿੱਥੇ ਡਰਿੰਕ ਸਰਵ ਹੁੰਦੀਆਂ ਸੀ। ਹੁਣ ਵੀ ਗੋ, ਇਟ ਡਜ਼ਨਟ ਹਾਰਮ ਮੀ। ਅਸੀਂ 2 ਵਾਰੀ ਕੋਰਸਮੇਟ ਦੀ 75 ਕਪਲ ਦੀ ਸਾਡੀ ਗੋਆ 2 ਸਾਲ ਰੈਗੂਲਰਲੀ ਹੋਈ ਹੈ ਗੈਟ ਟੂਗੈਦਰ। ਵੀ ਗੋ ਦੇਅਰ, ਪਾਰਟੀ ਹੁੰਦੀ ਹੈ ਉੱਥੇ, ਉਹ ਡਰਿੰਕ ਕਰਦੇ ਆ। ਉਹਨਾਂ ਨੂੰ ਇਹ ਹੈ, ਉਹ ਪ੍ਰੋਬਲਮ ਤਾਂ ਹੁੰਦੀ ਹੈ ਜੇ ਆਪਾਂ ਦੱਸੀਏ ਨਾ ਵੀ ਆਈ ਵਾਜ਼ ਇਨਟੂ ਐਡਿਕਸ਼ਨ। ਨੋ ਗੁੱਡ ਫਰੈਂਡ ਆਫਟਰ ਨੋਇੰਗ, ਕੋਈ ਜਿਹਨੂੰ ਪਤਾ ਹੋਏ ਵੀ ਤੁਹਾਨੂੰ ਇਹ ਬਿਮਾਰੀ ਲੱਗ ਗਈ ਸੀ, ਉਹ ਤੁਹਾਨੂੰ ਆਫਰ ਕਰੂਗਾ। ਜਿਹੜਾ ਆਫਰ ਕਰ ਰਿਹਾ ਹੈ ਉਹ ਤੁਹਾਡਾ ਫਰੈਂਡ ਨਹੀਂ ਹੈ, ਫਿਰ ਉਹਨੂੰ ਅਵੋਇਡ ਕਰੋ। ਅਤੇ ਮੈਨੂੰ ਕੋਈ ਵੀ 75 ਕਪਲ ਦੇ ਵਿੱਚੋਂ ਉਹ ਆਫਸਰਸ 'ਚੋਂ ਕਿਸੇ ਨੇ ਅੱਜ ਤੱਕ ਫੋਰਸ ਨਹੀਂ ਕੀਤਾ, ਕਿਉਂਕਿ ਮੈਂ ਸਾਰਿਆਂ ਨੂੰ ਦੱਸਿਆ ਹੋਇਆ ਵੀ ਮੈਂ 6 ਵਜੇ ਸ਼ੁਰੂ ਹੋ ਜਾਂਦਾ ਸੀ ਸਵੇਰੇ। ਸਾਰੇ ਇਹੀ ਮੈਨੂੰ ਕਹਿੰਦੇ ਆ ਵੀ ਇਟ ਇਜ਼ ਕ੍ਰੈਡੀਟੇਬਲ, ਤੈਨੂੰ 7 ਸਾਲ ਹੋ ਗਏ ਛੱਡੀ ਨੂੰ। ਉਹੀ ਕਹਿੰਦੇ ਕੀਪ ਇਟ ਅਪ। ਜੇ ਪਾਰਟੀ 'ਚ ਡਰਿੰਕਸ ਚੱਲ ਰਹੀਆਂ, ਨੋਰਮਲੀ ਕੀ ਕਰਦੇ ਹੋ, ਡਰਿੰਕ ਕਿਸੇ ਦੇ ਹੱਥ ਹੋਵੇ, ਮੇਰੇ ਨਾਲ ਗੱਲ ਕਰਨੀ ਹੈ, ਉਹ ਪਹਿਲਾਂ ਰੱਖ ਕੇ ਆਉਂਦੇ ਆ, ਫਿਰ ਆ ਕੇ ਮੇਰੇ ਨਾਲ ਗੱਲ ਕਰਦੇ ਆ। ਜਾਂ ਜੇ ਡਰਿੰਕ ਪੀ ਰਹੇ ਆ ਤਾਂ ਉਹ ਸਾਈਡ 'ਤੇ ਹੋ ਜਾਣਗੇ ਵੀ ਇਹਦੇ ਸਾਹਮਣੇ ਨਾ ਆਈਏ। ਮੋਸਟਲੀ ਸਾਈਡ 'ਤੇ ਹੋ ਜਾਂਦੇ। ਹਾਂਜੀ, ਮੈਂ ਵੀ ਐਕਸਪੀਰੀਅੰਸ ਕੀਤਾ। ਇਟ ਹੈਜ਼ ਹੈਪਨਡ ਵਿਦ ਮਾਈ ਬ੍ਰਦਰਸ ਕੋਰਸਮੇਟਸ ਆਲਸੋ। ਮੇਰੇ ਬ੍ਰਦਰ ਮੇਰੇ ਤੋਂ ਸੀਨੀਅਰ ਨੇ ਬਹੁਤ, ਅਤੇ ਉਹਨਾਂ ਦੇ ਕੋਰਸਮੇਟਸ ਦੇ ਨਾਲ ਅਸੀਂ ਸ਼੍ਰੀਲੰਕਾ ਗਏ ਸੀ। ਦੈਟ ਵਾਜ਼ ਦਾ ਫਸਟ ਟਾਈਮ ਕਿ ਅਸੀਂ ਐਕਨੋਲੇਜ ਕੀਤਾ ਸੀ ਕਿ ਵੀ ਅਸੀਂ ਐਡਿਕਸ਼ਨ 'ਚ ਸੀਗੇ, ਅਤੇ ਹੁਣ ਅਸੀਂ ਰਿਕਵਰੀ 'ਚ, ਅਸੀਂ ਟਰੀਟਮੈਂਟ ਲਿੱਤਾ ਆਪਣਾ। ਐਂਡ ਦੇਵਰ ਮਤਲਬ ਇੱਕ ਜਨਰਲ ਵੀ ਸੀਗੇ ਨਾਲ, ਬ੍ਰਿਗੇਡੀਅਰ ਵੀ ਸੀਗੇ। ਸੋ ਸ਼੍ਰੀਲੰਕਾ ਦੇਖਣ ਗਏ ਸੀਗੇ IPKF ਦਾ ਜਿਹੜੇ ਉਦੋਂ ਆਪਣਾ ਹੋਇਆ ਸੀਗਾ, ਅਤੇ ਸਾਰੇ ਆਰਮੀ ਵਾਲੇ ਪਰਸਨਲ ਸੀਗੇ। ਉਹ ਰੂਮ 'ਚ ਬੈਠ ਕੇ ਆਪਣੇ 'ਚ ਡਰਿੰਕ ਕਰਦੇ ਸੀ, ਕਿ ਨੀਚੇ ਲੌਬੀ 'ਚ ਜਾਣ ਤੋਂ ਪਹਿਲਾਂ ਲਾਈਕ ਆਪਾਂ ਫੂਡ ਲਈ ਜਦੋਂ ਜਾਂਦੇ ਸੀਗੇ। ਬਟ
ਦੇ ਯੂਜ਼ ਟੂ ਫੀਲ ਕਿ ਵੀ ਸੋ ਗੁੱਡ ਕਿ ਅਸੀਂ ਇੱਕ ਸਾਈਡ ਤੇ ਹੁੰਦੇ ਸੀ ਦੋਨੋਂ ਜਣੇ ਤੇ ਉਹ ਬਾਕੀ ਸਾਰੇ ਇੱਕ ਸਾਈਡ ਤੇ ਹੁੰਦੇ ਸੀਗੇ, ਪਰ ਉਹ ਸ਼ੇਅਰ ਕਰਦੇ ਸੀ। ਉਹਨਾਂ ਨੂੰ ਬਹੁਤ ਅੱਛਾ ਲੱਗਿਆ ਸੀ ਔਰ ਸਾਨੂੰ ਵੀ ਅੱਛਾ ਲੱਗਿਆ ਕਿ ਅਸੀਂ ਵੀ ਵਰ ਓਪਨ ਬੁੱਕ ਫॉर them। ਉਹਨਾਂ 'ਚ ਇੱਕ ਹੋਰ ਸੀਗੇ ਬੜੇ 에ਅਰਫੋਰਸ ਦੇ ਆਫਿਸਰ ਸੀਗੇ, ਹੀ ਵਾਜ਼ ਆਲਸੋ ਇਨਟੂ ਇਟ, ਤੇ ਉਹਨਾਂ ਦੀ ਆਪਣੀ ਰਿਲੇਸ਼ਨਸ਼ਿਪ ਇਸ਼ੂਜ਼ ਸੀਗੇ। ਸੋ ਸਾਨੂੰ ਲੱਗਦਾ ਹੁੰਦਾ ਸੀ ਕਿ ਵੀ ਅਗਰ ਅਸੀਂ ਇਸ ਚੀਜ਼ ਨੂੰ ਪਾਰ ਕਰਕੇ ਇੱਥੇ ਤੱਕ ਆ ਗਏ ਹਾਂ ਤਾਂ ਅਦਰਸ ਕੈਨ ਆਲਸੋ ਡੂ ਇਟ, ਕਿ ਅਸੀਂ ਉਹਨਾਂ ਲਈ ਵੀ ਮੋਟੀਵੇਸ਼ਨਲ ਫੋਰਸ ਬਣੀਏ। ਤੇ ਐਂਡ ਹੀ ਇਜ਼ ਅ ਵੈਰੀ ਨਾਈਸ ਪਰਸਨ ਅਦਰਵਾਈਜ਼, ਔਰ ਬਹੁਤ ਅੱਛੇ ਟਰੈਵਲੌਗਸ ਲਿਖਦੇ ਨੇ, ਬਹੁਤ ਹੀ ਅੱਛੇ। ਇਜ਼ ਗॉट ਅ ਵੈਰੀ ਗੁੱਡ ਫਲੋ ਆਫ ਰਾਈਟਿੰਗ। ਐਕਸਲੈਂਟ ਪਾਇਲਟ, ਯੈਸ, ਵੈਰੀ ਐਡਵੈਂਚਰਸ, ਡੈਕੋਰੇਟਡ ਪਾਇਲਟ ਹੈ 71। ਸੋ ਮਤਲਬ ਆਰਮੀ ਦੇ ਵਿੱਚ ਸਾਨੂੰ ਨਹੀਂ ਕਦੇ ਵੀ ਦਿੱਕਤ ਆਈ। ਸਿਵਲ ਦੇ ਵਿੱਚ ਆਉਂਦੀ ਹੈ, ਹਜੇ ਵੀ ਆਉਂਦੀ ਹੈ ਸਿਵਲ ਦੇ ਵਿੱਚ। ਜਿਹੜੇ ਇਹਨਾਂ ਦੇ ਅਸੀਂ ਜਾਂਦੇ ਹੀ ਨਹੀਂ ਫਿਰ ਉਹਨਾਂ ਦੇ ਘਰ, ਜਿਹੜੇ ਇਹਨਾਂ ਦੇ ਫਰੈਂਡਸ ਨੇ ਜਿਹੜੇ ਸਰਕੈਸਟਿਕ ਕਮੈਂਟਸ ਪਾਸ ਕਰਦੇ ਨੇ ਜਾਂ ਕਹਿੰਦੇ ਨੇ ਯਾਰ ਤੂੰ ਤਾਂ ਚੰਗਾ ਬੰਦਾ, ਤੂੰ ਤਾਂ ਮਿਲਣੋਂ ਵੀ ਰਹਿ ਗਿਆ, ਇਹ ਉਹ ਵਟਐਵਰ, ਉਹ ਸਾਡੀ ਸਮਝ ਤੋਂ ਬਾਹਰ ਹੋ ਜਾਂਦੀ ਹੈ ਚੀਜ਼। ਫਿਰ ਅਸੀਂ ਫਿਰ ਜਾਂਦੇ ਹੀ ਨਹੀਂ, ਕਿ ਅਵੋਇਡ ਕਰਦੇ ਹਾਂ। ਜਦੋਂ ਬਹੁਤ ਜ਼ਰੂਰੀ ਹੁੰਦਾ ਵੀ ਹਾਂ ਜੀ ਕਿਸੇ ਦੀ ਕੋਈ ਮਤਲਬ ਕੋਈ ਘਰ ਦੇ ਵਿੱਚ ਅਭੀ ਨਬੀ ਹੋ ਗਈ ਹੈ ਜਾਂ ਕੋਈ ਖੁਸ਼ੀ ਦਾ ਸੀਗਾ, ਵੀ ਉਨੀ ਕੁ ਦੇਰ ਲਈ ਜਾਓ, ਅੱਧੇ ਘੰਟੇ ਲਈ, ਤੇ ਵਾਪਸ ਦਿਨੇ ਸਵੇਰੇ ਜਾਣਾ 11 ਵਜੇ, ਸ਼ਾਮ ਦਾ ਕੰਮ ਮਤਲਬ ਹੀ ਕੋਈ ਨਹੀਂਗਾ ਜਾਣ, ਉਹ ਟਾਈਮ ਅਸੀਂ ਅਵੋਇਡ ਕਰਨਾ। ਨੋ ਬਈ ਇਹ ਬਹੁਤ ਜ਼ਰੂਰੀ ਹੈ, ਬਿਕੋਜ਼ ਇਹਦੇ ਵਿੱਚ ਬਹੁਤ ਇਸ਼ੂ ਬਣਦੇ ਆ ਆਪਣੇ ਜਿਹੜੇ ਆਪਣਾ ਬੰਦੇ ਜਿਹੜੇ ਆ ਨਿਕ ਜਾਂਦੇ ਆ ਨਾ, ਉਹਨਾਂ 'ਚ ਇਸ਼ੂ ਬਣਦੇ ਬਹੁਤ ਜ਼ਿਆਦਾ। ਚੀਜ਼ ਨੂੰ ਉਹਨਾਂ ਨੂੰ ਲੱਗਦਾ ਵੀ ਹੁਣ ਤਾਂ ਜਿਵੇਂ ਫਸਟ ਟਾਈਮ ਅਸੀਂ ਆਏ, ਮਤਲਬ ਹਜੇ ਟਰੀਟਮੈਂਟ ਚੱਲ ਹੀ ਰਿਹਾ ਸੀ, ਬਸ ਜਸਟ 3 ਮੰਥਸ ਦਾ ਤਾਂ ਹਜੇ ਹੋਇਆ ਹੀ ਸੀ ਪ੍ਰੋਗਰਾਮ 100 ਡੇਜ਼ ਵਾਲਾ, ਪਰ ਉਸ ਤੋਂ ਪਿੱਛੋਂ ਅਸੀਂ ਇਮੀਡੀਏਟਲੀ ਜਾਣਾ ਪੈ ਗਿਆ ਆਸਟ੍ਰੇਲੀਆ। ਗ੍ਰੈਂਡਸਨ ਵਾਜ਼ ਨਾਟ ਵੈਲ, ਪਰ ਜਦੋਂ ਵਾਪਸ ਆਏ ਤੇ ਕਿਤੇ ਬਾਈ ਚਾਂਸ ਉਹ ਬੰਦੇ ਦਾ ਫੋਨ ਆਂਦਾ ਵੀ 11 ਵਜੇ ਰਾਤ ਨੂੰ। ਪਹਿਲਾਂ ਇਹਨਾਂ ਦੇ ਤੇ ਖੜਕਾਏਗਾ, ਫਿਰ ਮੇਰੇ ਫੋਨ ਤੇ ਕਰੇਗਾ, ਕੋਈ ਨਹੀਂ ਚੱਕਦਾ ਦੋਨਾਂ 'ਚੋਂ। ਦੈਟ ਇਜ਼ ਨਾਟ ਦਾ ਰਾਈਟ ਟਾਈਮ, ਮਤਲਬ ਹੀ ਕੋਈ ਨਹੀਂ 11 ਵਜੇ ਤੁਸੀਂ ਦਾਰੂ ਪੀ ਕੇ ਸਾਨੂੰ ਫੋਨ ਕਰ ਰਹੇ ਹੋ, ਕਾਹਦੇ ਪਿੱਛੇ? ਫਿਰ ਉਹ ਬੰਦੇ ਦੀ ਸੂਈ ਫਸ ਜਾਂਦੀ ਹੈ, ਬਾਰ ਕਰੀ ਜਾਏਗਾ। ਸੋ ਉਹ ਉਦੋਂ ਉਹਨਾਂ ਨੇ ਕਿਹਾ, ਕਹਿੰਦੇ ਲੈ ਯਾਰ ਹੁਣ ਤਾਂ ਤੂੰ ਟਰੀਟਮੈਂਟ ਕਰਾਇਆ, ਹੁਣ ਬੈਠਦੇ ਆਪਾਂ। ਅਸੀਂ ਕਿਹਾ ਜੀ ਗਲਤੀ ਹੋ ਗਈ, ਸੌਰੀ, ਅਸੀਂ ਤੁਹਾਡੇ ਘਰ ਆ ਗਏ, ਅੱਗੇ ਤੋਂ ਨਹੀਂ ਅਸੀਂ ਆਉਂਦੇ, ਤੁਸੀਂ ਆਪਣਾ ਪੀਓ ਖਾਓ, ਸਾਨੂੰ ਨਹੀਂ ਇਹ ਚੀਜ਼ਾਂ ਪਚਦੀਆਂ। ਬਸ ਕਹਾਣੀ ਖਤਮ, ਟੋਟਲੀ ਉੱਥੇ ਘਟ ਹੈ। ਭੈਣ ਜੀ, ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਸੁਸਾਇਟੀ ਜਾ ਕੇ ਹਾਂਜੀ। ਕਹਿੰਦੇ ਜੇ ਵੀ ਨਹੀਂ ਇਹਨਾਂ ਨੂੰ ਐਡਿਕਸ਼ਨ ਦੀ ਪ੍ਰੋਬਲਮ ਸੀ ਅਤੇ ਇਹ ਹੁਣ ਡਰਿੰਕ ਨਹੀਂ ਕਰਦੇ ਪਲੀਜ਼, ਅਤੇ ਤੁਹਾਨੂੰ ਥੋੜ੍ਹਾ ਜਿਹਾ ਮਹਿਸੂਸ ਨਹੀਂ ਹੁੰਦਾ ਵੀ ਆਪਾਂ ਸਾਰਿਆਂ ਨੂੰ ਦੱਸਣ ਦੇ? ਨਹੀਂ, ਬਿਲਕੁਲ ਵੀ ਨਹੀਂ ਸਰ। ਇੱਕ ਵਿਆਹ ਦੇ ਉੱਪਰ ਸਰ ਇਹਨਾਂ ਦੀ ਕਜ਼ਨ ਦੀ ਬੇਟੀ ਦੀ ਮੈਰਿਜ ਸੀਗੀ, ਉੱਥੇ ਥੋੜ੍ਹੇ ਜਿਹੇ ਕੋਈ ਆਈ ਡੋਂਟ ਰਿਕੁਆਇਰ ਮਾਈ ਵੋਇਸ ਇਜ਼ ਲਾਊਡ ਇਨਫ, ਮਤਲਬ ਥੋੜ੍ਹੇ ਜਿੰਨੇ ਤੁਹਾਡੇ ਰਿਲੇਟਿਵਸ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਥੋੜ੍ਹਾ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ, ਉਹਨਾਂ ਨੂੰ ਇਹ ਲੱਗਿਆ ਵੀ ਛੱਡੀ ਹੋਈ ਹੈ ਜੀ ਇਹਨਾਂ ਨੇ ਟਰੀਟਮੈਂਟ ਕਰਾਇਆ। ਉਹ ਕਹਿੰਦੇ ਛੱਡ ਸਕਦਾ ਹੀ ਨਹੀਂ ਬੰਦਾ, ਇੱਦਾਂ ਹੀ ਹੈ ਤਾਂ ਜੀ ਕਹਿੰਦੇ ਚੀਜ਼ ਹੀ ਨਹੀਂ ਹੈਗੀ ਵੀ ਬੰਦਾ ਕਹਿ ਦੇਵੇ ਵੀ ਛੱਡ ਦਿੱਤੀ ਜੀ ਇਹਨਾਂ ਨੇ। ਉਹ ਆ ਗਏ ਵਾਪਸ ਦੁਪਹਿਰ ਦੇ ਟਾਈਮ 'ਤੇ, ਆਨੰਦ ਕਾਰਜ ਹੋ ਗਏ ਨੇ, ਡਰਿੰਕ ਸ਼ੁਰੂ ਹੋ ਗਈਆਂ। ਮੈਨੂੰ ਲੱਗ ਗਿਆ ਸੀ ਵੀ ਇਹ ਉੱਥੇ ਫਸ ਗਏ ਨੇ ਵਿੱਚ, ਮੈਂ ਚਲੀ ਗਈ ਨਾਲ ਹੀ। ਮੈਨੂੰ ਸੀਗਾ ਵੀ ਇਹਨਾਂ ਨੂੰ ਮੈਂ ਉੱਥੋਂ ਬਚਾ ਕੇ ਲਿਆਵਾਂ ਹੁਣ ਫਟਾਫਟ, ਵੀ ਸਿਚੁਏਸ਼ਨ ਆਊਟ ਆਫ ਹੈਂਡ ਹੋ ਜਾਣੀ ਹੈ। ਉੱਥੇ ਗੋਡ ਕਰ ਰਹੇ ਸੀ, ਪ੍ਰੋਵੋਕ ਕਰ ਰਹੇ ਸੀਗੇ, ਗੋਡਿੰਗ, ਕਿ ਤੁਸੀਂ ਹੁਣ ਲੈਂਦੇ ਨਹੀਂ ਮਾਮੂ, ਲੈ ਲਓ, ਇੱਕ ਤਾਂ ਲੈ ਲਓ। ਮੈਂ ਕਿਹਾ ਸੌਰੀ, ਇਹ ਸਾਡੀ ਜਗ੍ਹਾ ਨਹੀਂ ਹੈਗੀ, ਅਸੀਂ ਵਾਪਸ ਚੱਲੇ ਹਾਂ ਆਪਣੇ ਉੱਧਰ ਟੇਬਲ ਦੇ ਉੱਪਰ ਜਿੱਥੇ ਅਸੀਂ ਲੇਡੀਜ਼ ਬੈਠੇ ਹਾਂ। ਮੈਂ ਕਹਿ ਕੇ ਮੈਂ ਕਿਹਾ ਬਾਹਰ ਚੱਲੀਏ ਆਪਾਂ। ਸੋ ਵੀ ਕੇਮ ਬੈਕ ਫਰੋਮ देयर। सो ਹੁਣ ਉਹ ਸ਼ਰਾਰਤ ਸੀਗੀ ਇੱਕ टाइम ਦੀ। तो आई वांट टू नो हियर कि आपने तो ये कह दिया, हाँ जी, सर को ये बात जवाब देने में कितना टाइम लगा? नहीं, मैंने You got stuck in a situation. नहीं, मैंने भी बहुत जल्दी सीख लिया था। जैसे निकल आते थे ये वहाँ से। नहीं, मैं बताता हूँ, जब 3 महीने के बाद मैंने ये रियलाइज़ कर लिया था कि ये मेरे लिए नहीं बनी है, तो आई मस्ट अवॉइड। और मैंने ये भी रियलाइज़ कर लिया था कि मेरे को क्रेविंग्स होंगी। At that time you were in defense. नहीं, No, रिटायरमेंट। He was retired. आई रिटायर्ड इन 2000। This happened Those- for over 15 years. यहाँ के 100 डेज प्रोग्राम के बाद
इसको बेटे की कॉल आई भी आप अकेले आ जाओ, ग्रैंडसन हमारा बीमार था ऑस्ट्रेलिया में। तो शी सेड मैं इनको छोड़ के नहीं आ सकती, या तो मैं हर्मिटेज में दोबारा भर्ती करा दूंगी इनको। तो मैंने कहा भी नहीं, मैं यहाँ अकेला नहीं रुकूंगा, मैं भी चलूँगा। तो शी सेड भी वी लॉस डॉक्टर साहब। अभी 2 महीना 1.5 महीना ही हुआ था मेरे को हर्मिटेज से निकले को। तो डॉक्टर साहब कहते भी यू हैव टू बी केयरफुल, तो इट इज़ बेटर भी आप दोनों इकट्ठे ही जाओ, पर एरोप्लेन में ध्यान रखना। उन्होंने मेरे को बताया कि वहाँ ऑफ़र होती है, क्रेविंग होगी। तो हम गए ठीक ठाक। आते वक्त हम इकट्ठे आ रहे थे, बेटा, डॉटर इन लॉ, और उनका तब एक ही बेटा था बड़े वाला, वो छोटा था। और उनको बीच वाली 3 वाली सीट मिली, हमें साइड वाली मिली, 2 जो होती हैं। तो आधी रात को उठा ग्रैंडसन, मेरे को कहता दादू गेट अप, आई वांट टू सिट विद दादी। तो अभी वो 2 साल से छोटा था, उसकी सीट कोई नहीं थी उधर भी, तो वो तो बैठ गया, अभी खड़ा रह नहीं सकता था मैं। तो एयर होस्टेस कहती भी ये एंड में बिल्कुल एक सीट खाली है, आप वहाँ बैठ जाओ। तो रात का टाइम था, तकरीबन 2-2:30 बजे। पर उसके पहले की बात बताता हूँ, जब वो ट्रॉली लेके जाती थी ड्रिंक्स की, तो ये मेरा मुंह इधर को कर लेती थी ऐसे भी आप देखो मत। तो शी नोटिस दैट। 2:30 बजे मेरे पास आई पीछे, कहती नाउ योर वाइफ इज़ नॉट हेयर, मैं लाऊं आपके लिए। मतलब दैट इज़ द थिंग्स यू हैव टू बी केयरफुल अबाउट। तो मैं आई गॉट अप, वो सो गया था, मैंने कहा पीछे बहुत खतरा है मेरे लिए, भी यहाँ कहीं बैठ लेने दो मेरे को। सर माय फादर सर्वड इन इंडियन एयर फोर्स। मेरी ਅਸੈਂਪਸ਼ਨ और परसੈਪਸ਼ਨ ਇਹ ਹੈਗੀ ਹੈ ਕਿ ਜਦੋਂ ਆਪਾਂ ਡਿਫੈਂਸ ਤੋਂ ਆ ਜਾਈਦਾ ਹੈਗਾ ਪ੍ਰਾਈਵੇਟ ਲਾਈਫ ਦੇ ਵਿੱਚ ਐਕਲੇਮੇਟਾਈਜ਼ ਹੋਣ ਨੂੰ ਕਾਫੀ ਬਹੁਤ ਟਾਈਮ ਲੱਗਦਾ ਹੈ, ਖਾਸਾ ਟਾਈਮ ਲੱਗ ਜਾਂਦਾ ਹੈ। ਕਿਆ ਉਹ ਵੀ ਫੈਸਿਲਿਟੇਟ ਕਰਦੀ ਹੈ ਸਾਨੂੰ ਕੋਈ ਸਬਸਟੈਂਸ ਲੈਣ ਲਈ? ਇਹ ਨਹੀਂ, ਇੱਕ ਤਾਂ ਆਉਣ ਤੋਂ ਬਾਅਦ ਇੱਕ ਮੈਂ ਆਇਆ ਸੀ ਪ੍ਰੀਮੈਚੁਰ ਰਿਟਾਇਰਮੈਂਟ, ਆਈ ਵਾਜ਼ ਵੈਰੀ ਯੰਗ। ਮੇਰੀ ਅਜੇ 14-15 ਸਾਲ ਸਰਵਿਸ ਬਚੀ ਹੋਈ ਸੀ। ਐਂਡ ਆਇਆ ਵੀ ਮੈਂ ਖੁੰਦਕ ਨਾਲ ਸੀ, ਕਿਉਂਕਿ ਆਈ ਵਾਜ਼ ਇੰਸਟਰਕਟਰ ਇਨ ਕਾਊਂਟਰ ਇੰਸਰਜੈਂਸੀ ਸਕੂਲ। ਅਤੇ ਮੇਰੀ ਕਿਸੇ ਕਾਰਨ ਕਰਕੇ ਪ੍ਰਮੋਸ਼ਨ ਅੱਗੇ ਰੁਕ ਗਈ ਸੀ। ਪਰ ਨਿਊ ਰੇਜ਼ਿੰਗ ਹੋ ਰਿਹਾ ਸੀ ਡਿਵ ਹੈੱਡਕੁਆਟਰ ਦੇ ਬਰਾਬਰ, RR ਹੈ J&K 'ਚ, ਅਤੇ ਮੈਂ ਇੰਸਟਰਕਟਰ ਰਿਹਾ ਕਾਊਂਟਰ ਇੰਸਰਜੈਂਸੀ ਜੰਗਲ ਵਾਰਫੇਅਰ। ਇਹਨਾਂ ਨੂੰ ਟ੍ਰੇਨ ਕਰਦਾ ਜਿਹੜੇ ਜਾਂਦੇ ਆ। ਅਤੇ ਉਹਨਾਂ ਨੇ ਮੇਰੀ ਪੋਸਟਿੰਗ ਕਰਤੀ ਸ਼੍ਰੀਨਗਰ ਰਜੌਰੀ, ਬਈ ਇਹ ਡਿਵ ਹੈੱਡਕੁਆਟਰ ਰੇਜ਼ ਕਰਨਾ ਹੈ ਅਤੇ ਜਨਰਲ ਸਾਹਿਬ ਨੂੰ ਤੁਹਾਡੀ ਮਦਦ ਦੀ ਲੋੜ ਹੈ ਉੱਥੇ ਨਵਾਂ ਰੇਜ਼ ਕਰਨ ਲਈ, ਵੀ ਤੁਸੀਂ ਇੰਸਟਰਕਟਰ ਰਹੇ ਹੋ। ਮੈਨੂੰ ਖੁੰਦਕ ਇਹ ਵੀ ਇਹ ਜਰਨੈਲਾਂ ਨੂੰ ਮੈਂ ਟ੍ਰੇਨ ਕਰ ਸਕਦਾ, ਪਰ ਆਪ ਨਹੀਂ ਬਣ ਸਕਦਾ। ਉੱਦਾਂ ਹੀ ਮੈਂ ਪੇਪਰ ਪੁੱਟ ਅਪ ਕਰਤੇ, ਪਰ ਮਤਲਬ ਉਹ ਐਡਿਕਸ਼ਨ ਦੇ ਅੰਦਰ ਹੀ ਮੈਂ ਛੱਡ ਕੇ ਆਇਆ ਸੀਗਾ। ਖੁੰਦਕ ਹੀ ਸੀ। ਉਹ ਤੋਂ ਬਾਅਦ ਮਤਲਬ ਕਲੀਅਰ ਵੀ ਹੋ ਗਿਆ, ਇੱਕ ਰੈਂਕ ਵੀ ਮਿਲ ਗਿਆ ਸਾਰੇ ਆਫਸਰਸ ਨੂੰ, ਟਾਈਮ ਸਕੇਲ ਫੁੱਲ ਕਰਨਲ ਦਾ ਇੰਟਰੋਡਿਊਸ ਨਹੀਂ ਸੀ ਹੋਇਆ ਪਹਿਲਾਂ। ਪਰ ਉਦੋਂ ਮੈਂ ਛੱਡ ਕੇ ਆ ਗਿਆ, ਅਤੇ ਉਹ ਐਡਿਕਸ਼ਨ ਦੇ ਅੰਡਰ ਹੀ ਛੱਡ ਕੇ ਆਇਆ ਸੀ ਮੈਂ। ਕਿਤੇ ਨਾ ਕਿਤੇ ਹੈਂਪਰ ਕੀਤਾ ਉਹ ਜਦੋਂ ਬਾਹਰ ਆ ਕੇ ਐਡਜਸਟਮੈਂਟ ਨਹੀਂ ਹੋਈ, ਐਂਡ ਇਹ ਪਹਿਲਾਂ ਹੀ ਕਹਿ ਰਹੀ ਸੀ ਵੀ ਤੁਸੀਂ ਛੱਡ ਕੇ ਨਾ ਆਓ। ਉਹ ਫਿਰ ਥੋੜ੍ਹੀ ਗਿਲਟ ਫੀਲਿੰਗ ਆਉਂਦੀ ਹੈ ਵੀ ਮੇਰੇ ਤੋਂ ਡਿਸੀਜਨ ਗਲਤ ਹੋ ਗਿਆ, ਪਰ ਉਹ ਮੰਨ ਨਹੀਂ ਸਕਦਾ ਬੰਦਾ ਬਈ ਮੈਂ ਗਲਤ ਡਿਸੀਜਨ ਲੈ ਲਿਆ। ਉੱਥੇ ਕਮ ਸੇ ਕਮ ਰੋਪ ਤਾਂ ਸੀ। ਇੱਥੇ ਮੈਨੂੰ ਉਹ ਇੱਕ ਕਲਰਕ ਕਹਿੰਦਾ ਜੀ ਤੁਸੀਂ ਗਲਤ ਕੰਮ ਕਰ ਰਹੇ ਹੋ, ਆਹ ਕਰ ਰਹੇ ਹੋ, ਇਹ ਕਰ ਰਹੇ ਹੋ। ਉੱਥੇ ਕੋਈ ਇੱਦਾਂ ਤਾਂ ਨਹੀਂ ਸੀ ਪੁੱਛਣ ਵਾਲਾ, ਜਿਹੜਾ ਤੁਹਾਡੀ ਰਿਸਪੈਕਟ ਸੀਗੀ ਪ੍ਰੋਪਰ ਦਿਸ ਥਿੰਗ। ਤਾਂ ਉਹ ਫਿਰ ਕੁਛ ਗਿਲਟ ਫੀਲਿੰਗ ਆਉਂਦੀ ਹੈ ਵੀ ਮੈਂ ਸਟੈਪ ਕੋਈ ਗਲਤ ਲੈ ਲਿਆ। ਐਕਚੁਅਲੀ ਐਡਿਕਸ਼ਨ ਦੇ ਕੀਟਾਣੂ ਤਾਂ ਆਪਣਾ ਪਹਿਲਾਂ ਹੀ ਸੀ ਸ਼ੁਰੂ 'ਚ ਹੀ। ਅਸੀਂ ਸ਼ਰਤ ਲਾ ਕੇ ਪੀਂਦੇ ਹੁੰਦੇ ਸੀ ਵੀ ਠੀਕ ਹੈ। ਉਹ ਸ਼ਾਮ ਦੀ ਵੇਟ ਹੁੰਦੀ ਸੀ। ਸਾਰੇ ਕਜ਼ਨਸ ਨਹੀਂ, ਆਰਮੀ 'ਚ ਵੀ ਮਤਲਬ ਹੁਣ ਮੈਂ ਜਦੋਂ ਪੜ੍ਹਾਈ ਕਰ ਲਈ ਹੈ ਐਡਿਕਸ਼ਨ ਦੀ, ਮੈਨੂੰ ਇਹ ਹੈ ਵੀ ਉੱਥੇ ਆਰਮੀ ਦਾ ਕੰਟਰੋਲ ਸੀ ਮੇਰੇ ਉੱਪਰ। ਉਹ ਡਰ ਹੁੰਦਾ ਥੋੜ੍ਹਾ ਡੰਡੇ ਦਾ, ਬਈ ਦਿਨੇ ਨਹੀਂ ਪੀਣੀ। ਇੱਕ ਆਪਣੀ
ਉਹ ਰੈਂਕ ਦੀ ਰਿਸਪੈਕਟ ਹੁੰਦੀ ਹੈ ਵੀ ਜਵਾਨ ਜੇ ਮੈਨੂੰ ਦਿਨੇ ਪੀਤੀ ਦੇਖੂਗਾ ਤੇ ਮੈਂ ਉਹਨੂੰ ਕਿੱਦਾਂ ਚੈੱਕ ਕਰੂੰਗਾ। ਪਰ ਉਹ ਵੀ ਆਰਮੀ 'ਚ ਵੀ ਤੁਹਾਡੇ ਹੁੰਦੇ ਆ ਐਲਕੋਹਲਿਕਸ, ਪਰ ਉਹ ਹੈ ਇਹ ਸ਼ਰਮ ਹੁੰਦੀ ਹੈ ਜਿੱਦਾਂ ਪਹਿਲੀ ਵਾਰੀ ਦੀ। थोड़ी sophisticated नहीं, पहली बार की शर्म होती है। जब आपने एक बार कोई चोरी कर ली उसके बाद वो शर्म भी निकल जाती है, फिर आप कहते हो भी ठीक है अभी तो पता ही चल सबको पता। नहीं, अदरवाइज ऑल्सो वहाँ आपकी एक स्ट्रिक्ट डिसिप्लिन लाइफ है। सुबह आप पीटी के लिए जा रहे हो, जितनी पी हुई है तो वो तो निकल जानी है, उसी टाइम एक्सरसाइज हो गई। शाम को फिर गेम्स है, अगेन you'll be playing with the troops and JCOs, तो वो बराबर होगी आप। You can't be stinking of liquor there. हाँ, you can't, कहाँ अफोर्ड करोगे आप? मैचेस होने हैं आपके यूनिट्स के, इंटर यूनिट्स होती है, इंटर ब्रिगेड्स होने हैं, तो वहाँ थोड़ा पी कर जा सकते। एक मैं मतलब आई वाज सर्विसेज का कोच था, इंडियन सर्विसेज टीम का, नेशनल्स में जाना पड़ता था, तो वहाँ यू अफोर्ड नहीं कर सकते आप ड्रिंक करना, क्योंकि स्पोर्ट्समैन वैसे ही इनडिसिप्लिन होते हैं। अगर वो कोच भी इनडिसिप्लिन हो गया तो वो तो टीम ही गई। और मेरी रेपुटेशन ये थी टीम की भी, जिस टीम के साथ प्रदीप सिंह साहब गए हैं तो कुछ ना कुछ करके ले आएंगे। मतलब वहाँ इंटर डिवीज़न होती थी कमांड एथलेटिक्स, तो एक डिवीज़न का टीम जो बराबर की थी हमारे, उसका जीओसी था जो हमारा पुराना कमांडर, ब्रिगेड कमांडर था, जनरल करियप्पा। तो उसके लेफ्टिनेंट ने बोला मेरे को करियप्पा साहब ने बोला भी कौन आता है वहाँ टीम लेके इस डिवीज़न की? कहते जी प्रदीप साहब आते हैं। तो कहता अच्छा कोशिश करना सेकंड आ जाना। उनका जीओसी बोल रहा है उनको। जनरल करियप्पा ना फिरोजपुर में भी थे। हाँ वही तो, फिरोजपुर में ही हमारा कमांडर था वो। वहीं थे। अच्छा। ही वॉज माई कमांडर देयर। His wife was principal army school. yes Yes, yes. वो ही वॉज माई ब्रिगेड कमांडर, ही वॉज वेरी फॉन्ड ऑफ He मी। was brigadier that time. 48 ब्रिगेड के थे हम, 48 ब्रिगेड के अंदर थे। तो सर वो आपने तो प्री मैच्योर रिटायरमेंट ले लिया और वहाँ पे तो अब आपको रैंक नहीं मिलने वाला, बट देयर इज अ स्मॉल जेस्चर विच सर वांटेड अस जसबीर सर टू डू टुडे इज अ स्मॉल टोकन ऑफ योर रिकवरी। जिस तरह से आपने, कोई बात नहीं मैम बैठिए, आई एम स्टैंडिंग, जिस तरह से कंसिस्टेंट आपने डेडिकेशन किया है, and sir wanted to do, but due to urgent emergency sir it cannot be there, so he has requested Jasbir sir to do the honor। ये मैम पकड़ो आप जरा। तो ये एक ट्रेडिशन है, स्पेशली ये दिस इज अ वेरी 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 प्रेशियस थिंग, ये किसी किसी को मिलती है, यू नो वॉच, सो इट्स अ स्पेशल गिफ्ट। I waited for 8 years इसके लिए। And I'm sure you will miss sir today, but I'm Yes. sure sir is watching from there. So sir, write down some comment for Colonel Pradeep, because अगर आप देते तो definitely it would have been something Much better, yes. है ना? कर दिया, चलो wonderful। Hi, so sweet. So this is, Thank sir, you. You will do the honors और आप कराएंगे। ओके फिर हाथ पकड़ना। सर एक मिनट देख। मैम आप साथ में, Oh, come on. वेरी you are the one। नहीं, वेरी बहुत बढ़िया, कमाल कर। a big thank you, sir. Big thank you. थैंक यू सर। No words. आज आपका Thank you is a very hat- small word. Hat is not there। आज hat होनी चाहिए थी सर। वेरी मैंने कर्नल प्रदीप के साथ बहुत टाइम स्पेंड किया, मैं बैठू के पास, बैठो बैठो। है ना? हाँ। और इससे ज़्यादा क्रिटिसिज्म कोई नहीं कर सकता था। मुझे लगा था माय हस्बैंड वाज द ओनली वन इन द वर्ल्ड, बट आप उनको भी थोड़ा सा पीछे छोड़ गए थे। तो सर ने इनको एक बार काम दिया कि तुम ना पूरा हर्मिटेज में घूमो और बताओ कहाँ कहाँ पे कोई प्रॉब्लम है, कोई दिक्कत है, कोई चीज़। ओ जी पेजेस के पेजेस भर गए, लॉन में प्रॉब्लम, हॉल में प्रॉब्लम, ये प्रॉब्लम, वो प्रॉब्लम, टॉयलेट में प्रॉब्लम। तो ये प्रोजेक्ट था, मतलब ही वॉज अ टफ पेशेंट, ही वॉज डेफिनेटली अ टफ पेशेंट, बट जब वो टर्निंग पॉइंट आया ना,
I mean, तब से he's just grown beautifully. थैंक यू. It's amazing to see you. मैं ऐसे jealous बहुत होती हूँ, जैसे आप honeymoon type pictures send करते रहते हो, post करते रहते हो. So maybe we also send those pictures. Sure. हाँ, थोड़े और साल वाइट हो रहे हैं, बस हो गए बाल. हमने 30 साल नहीं किया ना, तो वो कर रहे हैं. नहीं, हमारा भी काफी जवान हो रहे हैं. हमारा भी 20 साल का अकाउंट है जो हमने भी खाता खोलना है हमने, तो हम भी बस पीछे पीछे हैं आपके. Congratulations. Thank you, Pradeep. Congratulations. You want to say something? She is my first mentor. जितनी भी लेडीज यहाँ पर बैठी हैं, प्लीज हस्बैंड्स के लिए या मदर्स बैठी हैं बेटों के लिए या बेटियों के लिए, नम्रता मैम ने सबसे पहले जब हम डिटॉक्स के लिए हॉस्पिटल में आए थे, बचाना सीखा था. एयर होस्टेस से बचाना सीखा. बहुत बचाती हूँ अपने husband, वैसे ही husband तो प्रॉब्लम हो जाती है. उन्होंने बोला था फर्स्ट लेसन, ट्रीट योर हस्बैंड नॉट एज अ हस्बैंड बट एज अ पेशेंट. जिस दिन ये बात समझ लग जाएगी और नर्स की तरह आप उनको डील करना. दवाई देनी है, नर्स हमेशा दवाई खड़े होकर देती है कि भी पेशेंट मेरा दवाई इधर उधर ना फेंके. ये आपकी जिम्मेवारी है. आज 7.5 years कह लो, जितनी देर मर्जी कह लो आप, दवाई अभी भी मैं ही दूंगी निकाल कर. सुबह की, रात की, जो भी है मेडिकेशन, चाहे वो बीपी की है, चाहे वो डायबिटीज़ की है, whatever the doctor has given, and it has to be given by me only. He doesn't even know कि कौन सी medicines मैं ले रहा हूँ, नहीं ले रहा हूँ. So that is a complete surrender. Yes. मेरे को पता है कि कई बार मैं इरिटेट भी हो जाती हूँ. इमीडिएटली मैं अपने आप को भी चेक करती हूँ उसी टाइम, क्योंकि ये चीज़ यहाँ पर आकर सीखते हैं ना कि हम भी ट्रिगर पॉइंट बन जाते हैं. कि when I lose my patience sometimes, when I come to the room, I feel कि भी हाँ क्लमजी है, सब कुछ डिसऑर्गेनाइज्ड है, तो अभी क्या करूँ, कहाँ से शुरू करूँ कि यार मैंने ही ठेका ले रखा है सब चीज़ का. आई एम द ओनली वन रनिंग हेयर एंड देयर. अभी आप मानोगे नहीं, 31 जुलाई आ रही है ना, रिटर्न्स फाइल करनी थी. किसका काम है वो? मैडम बलजीत का. क्योंकि मैंने ही फ़ोन करना है, मैंने ही सब उसके पेपर्स लेकर आने हैं, बैंक से जाकर वो सबमिट करने हैं सीए को. हाँ जी भाई, रिटर्न बन गई, फाइल होगी, बस काम ख़त्म. सो बाहर के भी करो, घर के भी करो, और ऑर्गेनाइज्ड घर भी होना चाहिए. तो खुद ही बोला था सरेंडर करो. कर दिया अभी सरेंडर. हाँ, पर ये भी सिखाया रिकवरी में कि उसके बाद खुद भी चलना शुरू खुद भी. हाँ, नहीं वो गल तो पहला नहीं, touch wood. वो तो गल उन्होंने कहा अभी तो कर रहे हैं. टच वर्ड. आई एम रियली थैंकफुल यार नम्रता मैम, रियली इट्स अ बिग चेंज. नहीं, जस्ट एक खिताब दिया था मेरी ऐना ने मेरे को, द गर्ल फ्रॉम जर्मनी, जिसको मैंने होस्ट करा था. शी विल बी अगेन कमिंग इन सितंबर. वो अपने फॉरेंसी के साथ आ रही है. हाँ, 7th टाइम शी विल बी कमिंग. और इस बार उसको मैंने हर्मिटेज लेकर आना, और यहाँ पर बिकॉज हर पेरेंट्स आर ऑल्सो इन टू सोशल वर्क एंड दे आर ऑल्सो डीलिंग विद द सेम थिंग्स. काउंसलिंग ही करते हैं. कहती आई हैव गॉट 2 sets ऑफ पेरेंट्स. कहती सारे काउंसलर्स बन गए यार, चारों के चारों. आप क्या बात होगी है. मैं कहा दिस वाज द ओनली जॉब लेफ्ट फॉर अस नाउ एट दिस एज. हाँ, और वो ऐना जो है वो शी वाज अ बिग फैक्टर अगेन फॉर गिविंग दैट पुश टू अस एवरी नाउ एंड देन. यू नो व्हाट शी सेंट फॉर मी एज अ क्रिसमस गिफ्ट? सुपर मॉम, सुपर डैड, सुपर मॉम. वो उसने गाड़ी के लिए वो भेजे थे आपके की चेन्स, वो लिखवा कर. ये है. हाँ, उसमें होएगा अभी शायद, सुपर मॉम का ही है शायद. अभी वो भेजती है, ऐसे काम वही करती है. Actually, these kind of gestures come directly from God. ये अभी पतले वाला, इससे पहले मोटे वाला था. दिस इज द सेकंड वन दैट आई गॉट. वो इंस्क्राइब करके करती है ऐसे. पूछना चाहते हैं anybody? ਪਰ ਮੈਂ ਇੱਕ ਲਾਈਟਰ ਮੋਡ ਦੇ ਉੱਤੇ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਜੀ. ਲੀਕਰ ਕਾਰਡ ਹੁੰਦਾ ਹੈ ਜੀ ਆਪਣੇ ਕੋਲ. ਬਿਲਕੁਲ. ਉਹ ਫਿਰ ਤੁਸੀਂ ਕਦੋਂ ਸਰੈਂਡਰ ਕੀਤਾ ਜੀ? ਅਸੀਂ ਇਹਨਾਂ ਕੋਲ ਹੀ ਹੈ ਜੀ. ਮੇਰੇ ਕੋਲ ਹੀ ਤੁਹਾਡੀ ਹੈ. ਕੋਲ ਹੀ ਹੈ. ਅੱਛਾ, ਇੱਕ ਮਿੰਟ ਆ ਦੇ. ਆਪਰੇਸ਼ਨਲ ਹੈ ਮੈਡਮ? ਹੁਣ ਹੈ. ਪਹਿਲਾਂ ਬਿਲਕੁਲ ਨਹੀਂ ਸੀਗਾ. ਜਦੋਂ ਅਸੀਂ ਵਾਪਸ ਆਸਟ੍ਰੇਲੀਆ ਤੋਂ ਆਏ, ਸਾਡੇ ਕਾਰਡ ਕੂਡ ਸਾਰੇ ਖਤਮ ਹੋ ਗਏ ਸੀਗੇ. ਉਹ ਰਿਨਿਊ ਕਰਨ ਲਈ ਦੇਣੇ ਸੀ, ਦੋਨੋਂ ਹੀ ਬਣਨੇ ਸੀਗੇ. दोनों बनने में भी 6 महीने लग गए. मतलब आपने सिविल पे भी अटैक करना है, अपनी आर्मी कोटे पे भी अटैक करना है? नहीं, आप सबको नहीं, attack कर वो आर्मी कोटा हम बिल्कुल नहीं ड्रॉ करते.
क्रेडिट कार्ड, डेबिट कार्ड, सारे कार्ड इनके पास हैं। मेरे पास कुछ नहीं है अभी। सिर्फ अब ड्राइविंग लाइसेंस मिला है, सुनो लवली, वो भी नहीं था पहले। कैश भी मैं 500 से 600 से ऊपर नहीं रखता अभी। 100 रुपये या 200 रुपया बस। और थोड़ा इज्जत का सवाल आ जाता है, कहीं बाहर भेज देती हूँ मतलब कई बार जाते तो है नहीं। अच्छा, ये रिस्ट्रिक्शन तब भी थी? हाँ तब भी थी। तब पर मेरा एडिक्टेड माइंड था, किसी पे जाना है कहीं से, मतलब एडिक्टिव माइंड काम कैसे करता है ये मैं बताता हूँ। कि किसी पे गुरुद्वारे जाना है मत्था टेकने, तो जानबूझ के इससे पैसे नहीं लेने, वहाँ गुरुद्वारे पहुँच के सबके सामने वो भी मेरे को पैसे तो दे दो, मत्था कैसे टेकूंगा, ताकि इसकी बेइज्जती हो भी, पैसे भी नहीं तो छोड़ दो। मतलब इंटेंशनली बेइज्जती करनी है I भाई। want to hear, फिर ये क्या कह रही थी? So it is a part of tactics. हाँ जी, हाँ जी, आप क्या कहते थे विराट? कुछ नहीं, पैसे दे देते थे तो छोटा सा मुंह बना के, क्योंकि इनका माइंड एडिक्ट नहीं था ना। हाँ, मैं मतलब आई यूज्ड टू फील कि हाँ होएंगे ही अच्छा, नहीं। talking about addiction. हाँ, जब एडिक्शन टाइम पे। I thought she cannot do that in recovery. नहीं। अब तो बिल्कुल भी नहीं करती हूँ ऐसे। अब तो यही होता है कि जाना तो इकट्ठे ही जाना। अभी सिर्फ ये है कि बहुत इमरजेंसी हो जाए ना, अभी सिर्फ वॉकिंग डिस्टेंस जो है हमारे घर के पास का, वो भी टाइम नोट हो जाता है कि कितनी देर में गया बंदा, कितनी देर में आ रहा है और कितने पैसे देकर भेज रही है। बिल्कुल ठीक है। चीज के लिए मेरे को ये ब्रेड के लिए भेजते हैं। हाँ उसमें भी तुम change का भी एक मिनट, pocket में ही रख जाते हो। हाँ, वो भी yes. निकाल जाते हो। नहीं, पहले भी तो ब्रेड के लिए भेजते थे हमें। पहले कौन सा दारू के लिए भेजते थे ब्रेड के लिए थे। सर वो ब्रेड की जगह और सामान आता। हम क्या करते हैं ये अलग चीज। एक बारी तो रिकवरी के लिए तो हम आए हैं अप्रैल में, ठीक है। इट वाज द मंथ ऑफ फेब्रुवरी। उधर बेटे के पास से हम होकर आए हैं ऑस्ट्रेलिया से, तो छोटे वाला उस टाइम उसकी डे केयर नहीं मिला था, तो वो टाइम पीरियड हम निकलवा कर आए, बेबी सिटिंग करी, वापस आए तो बेटी प्रेग्नेंट थी, शी वॉज ड्यू फॉर डिलीवरी इन फेब्रुवरी, वो मेरे पास ही थी। तो अभी उस टाइम ये बहाना होता था कि पता होता था कि मैं तो बाहर निकलूंगी नहीं, मैं काम नहीं करने अभी जाऊंगी, मैं घर में ज़्यादा टाइम रहती थी। तो ये होता था कि ATM कार्ड नहीं मेरे को दे रही तेरी मम्मी, लड़ाई होती थी। और रात को गाड़ी उठाई, 9 बजे बंदा निकला, गेड़ा चक्कर लगा कर आया, बंदा कहाँ से पी कर आ गया पता ही नहीं, गए और चक्कर लगाया और घर के बाहर गाड़ी आ गई। तो मेरा बेटा बोलता था कि मम्मा इनको दे दो यार, ATM दे दो इनको, भी क्यों कलेश कर रहे हो ATM के पीछे। मैं कहा ले लेने दो, गिर जाना वो किसी दिन बाहर ही, मेरे को पता है ATM कार्ड तो इनकी जेब में नहीं रहना, क्योंकि पहले एक बार पैन कार्ड गिराया आए थे, ड्राइविंग लाइसेंस भी गिर गया था। तो वो कौन फिर अभी कार्ड्स कौन बनवाएगा, जिम्मेवारी किसकी है, मेरी, क्योंकि वो तो अभी एडिक्टिव माइंड था उस टाइम, तो कुछ कर ही नहीं सकते हो आप। तो वॉलेट ही अगर छोड़ाओगे कहीं पर गिरा, सड़क के ऊपर से किसी ने पकड़ कर ला कर दिया मेरे को कि ये उनका गिरा पड़ा था। जब गिरा तो सर देते हैं, पर ना अप्लाई करने का ब्लेम हम पे आता है कि आप तूने अभी तक अप्लाई क्यों नहीं किया, मेरा सिक्योरिटी का लाइसेंस गया है, मेरा हाँ। तूने अप्लाई नहीं कर दिया, देख के बोल दो। हाँ, इट इज़ योर रिस्पॉन्सिबिलिटी, नो, इट इज़ आवर रिस्पॉन्सिबिलिटी। पर रिस्पॉन्सिबिलिटी वो आपकी है कि आपने अप्लाई क्यों नहीं किया, क्योंकि वो रिस्पॉन्सिबिलिटी अभी लेने के, उठाने के काबिल ही नहीं हुए ना, वो ग्रो अप ही नहीं करे हैं। सर आपको गुस्सा नहीं आता जब मैम आपको ड्राइविंग से रोकती है? मतलब कहाँ वो कर्नल प्रदीप और कहाँ पे क्रेडिट कार्ड इधर जेब में। सर वो गुस्सा नहीं आता जब मैम कभी आपको ड्राइविंग से वो रोकती है? ईगो कैसे हैंडल कर रहा है, इगोइस्टिक। ड्राइविंग करने से नहीं, अभी नहीं है। नहीं, पहले भी ऐसे होता था ना कि गाड़ी अगर ये चला रहे होते थे तो मेरी निगाह एक सड़क के ऊपर आंख होती थी और एक इनकी आंखों के ऊपर होती थी, क्योंकि आंखें कब ऐसे शटर बंद हो जाए ना मेरे को नहीं पता होता था। बट कर्नल प्रदीप का एक्सेप्टेंस हैड कम। हाँ, नहीं, पर ये चीज़ है कि ये रिस्ट्रिक्शन थोड़ा काम करती हैं, पूरा काम नहीं कर सकती, जो पैसे की हैं। मैं अपनी एक्सपीरियंस बताता हूँ। ये इसको यूनिट में यंग ऑफिसर जो थे सार्जेंट बोलते थे। सार्जेंट आर्मी में होता है चेक करने के लिए सबको, हवलदार होता है ऑब्जर्वेशन जिसकी होती है। भाई वे टोक देती थी भी लाइन यार्ड ऐसा उल्टा लगा है, ये लगा है। तो ये मेरे सैर करने जाते वक्त जूते भी चेक करती थी, अंदर पैसे तो नहीं छुपाए हुए।
मतलब जेबें तो करनी है, हाँ, I used to check his socks also. पर इसको हैरानी होती थी भी फिर कैसे पी के आ मैं गया। तो CIA एजेंट थी ये पूरी। क्या है, जिस दिन चेकबुक मेरे हाथ लग गई मैं 10,000 निकाल लेता था, वो ठेके वाले को दे देना एडवांस भी, नोटबुक लगा ले, एक नोटबुक लेके दे देता था भी ये इतने काटते रहना। फिर ये भी क्वार्टर लेता हूँ, 4 क्वार्टर महंगे पड़ते हैं, बोतल सस्ती है, इकोनॉमिक्स भी पढ़ लेता है बंदा। तो बोतल लेनी, एक वो जो सील वाली ली, जो सील लगाते हैं ना, और एक स्टैंप सी बनाई अपनी PS की, वो बोतल से क्वार्टर पी के, ज़्यादा पीऊँगा तो पता चल जाएगा, वो पी के ऊपर सील लगानी, उसको दे देनी वापस भी रख के। तो वो फिर चलता था। अच्छा, एक दिन मेरे पास पैसे उसके 10,000 भी ख़त्म हुए थे, मेरी जेब में भी नहीं थे, इसने तलाशी लेके भेजा, मैं निकल चला सामने से, उसने बुलाया, कर्नल साहब आज नहीं लेनी। मैंने कहा यार पैसे नहीं है। कहता पैसे कौन से भागे जा रहे हैं। तो मतलब वो नेट भी बन जाता है फिर। ठेके तो से अभी तो मजाक में ले सकते हो आप चीज़ें, बट दिस इज अ सीरियस थिंग। मतलब दिमाग, ईगो उधर भी हर्ट होता था। ईगो की प्रॉब्लम ये थी कि अब देखो मेरे तो अपना अकाउंट्स भी चेक होते हैं, ATM कहाँ पे यूज किया, क्रेडिट कार्ड कहाँ पे यूज किया, डेबिट कार्ड कहाँ पे यूज किया, ये भी नंबर चेक कर लेते। हाँ, मैं कर लेती हूँ, तो ATM से नहीं, पैसे निकालने नहीं आते थे, अभी तो कुछ भी नहीं आता था। अभी मैं कहने को तैयार हूँ कि वो एडिक्ट की झूठी ईगो होती है, वो सिर्फ वाइफ, माँ, बाप पे चलती है। अभी देखिए मैं कर्नल, तब मेरी ईगो कहाँ होती थी जब ठेके में वो भैया के सामने जा किसी के भी साथ में वो पी रहा हूँ, वॉमिटिंग कर रहे हैं वो साथ में, मतलब तब ईगो नहीं थी मेरी। अब मैं सोचता हूँ तो मतलब कई बार शिवरिंग होती है अभी ये। एंड ड्राइविंग की बात बताती हूँ, जहाँ जब आप मेडिकेशन में आ गए हो, अभी ट्रीटमेंट में आ गए हो, द मेडिसिन्स आर स्ट्रॉन्ग इनफ एंड इट इज़ एडवाइजेबल नॉट टू ड्राइव बिकॉज यू आर स्टिल अंडर देयर इन्फ्लुएंस। या मेडिकेशन में आपको ड्राउजीनेस भी होएगी, स्लगिशनेस होएगी, आपकी बॉडी की रिफ्लेक्सेस नहीं उस टाइम तक कभी तेज़ हुई होती। इट टेक्स टाइम। 2-3 साल बिल्कुल भी नहीं उन्होंने ड्राइविंग करी, 3 years मिनिमम मेरे को लगता है कि बिल्कुल नहीं ड्राइविंग करी। अब भी जो है हाईवे के ऊपर कोई ड्राइविंग नहीं इनको अलाउड, मैं नहीं करने देती, क्योंकि ये तो चल नहीं पाते, मेरी पेस डिफरेंट है, उनकी पेस डिफरेंट है। 1 नंबर 2, आई डोंट वांट टू स्ट्रेस हिम अननेसेसरली। सिर्फ जहाँ पर एक बिल्कुल छोटा पैच है, जहाँ पर थोड़ी जगह है, जहाँ पर हमने ट्रैवल करना है, वहाँ पर ये गाड़ी चलाएंगे, बाकी नहीं। जैसे अभी आर्मी के फंक्शन पर गए हैं, मेरे को भी लगता है उस टाइम, इवन आई फील इट, रेजिंग डे के लिए हम गए हैं देहरादून तक गाड़ी मैं चलाऊंगी। जैसे यूनिट के अंदर हमने एंटर करना है, उसके बाद गाड़ी इन्होंने टेक ओवर कर लेनी कि मेस जा रहे हैं, ऑब्वियसली वो लोग सैल्यूट मारेंगे, भाई साहब को सैल्यूट पढ़ना है, मेरे को थोड़ा पढ़ना है, तो फिर चलाने दो गाड़ी, इनको चलाने दो उस टाइम पर। एक मिनट, हाँ, बहुत देर बाद डॉक्टर प्रीति, एनीथिंग यू वांट टू शेयर? आप बहुत देर बाद आए, वेयर वर यू? डॉक्टर प्रणव, आप भूल ही गए हमको। You want to come and share anything bothering you? Come, आ जाओ। चेयर लग जाएगी, कोई बात नहीं। जर्नी इज गुड, जर्नी में ही चलते रहना, डेस्टिनेशन नहीं अभी है हमारी। बैठ जाओ। आप 1 year हो गया। ये मतलब मैं ये सब कहते थे कम से कम 1 साल तो लग ही जाता है ना, लेकिन वो 1 साल मुश्किल लगता है। आपको लगता है सब तो बड़े अच्छे लग रहे हैं, मेरे हस्बैंड को इतनी प्रॉब्लम क्यों है? यू टेंड टू फील दैट। और मेरे में तो अप्स एंड डाउन्स बहुत आए, मी एज इन पर्सनली नो। तो 15-20 दिन पहले तक भी आई वॉज इन टू अ डामाडोल सिचुएशन ओनली, हिज फ्रेंड वॉज डिटीरियोरेटिंग, आई डोंट नो वाई। सो फिर वो थोड़ा मेडिकेशन एंड ऑल थोड़ा सा रीसेट करवाया एंड ही बाउंस बैक। अभी आई एम फाइंडिंग हिम better and oriented, plus he is understanding things which I realized that पहले
जस्ट बिकॉज कि थोड़ा सा हम जब भी मेडिसिन देते हैं ना तो हमें भी नहीं पता होता, वो तो अकॉर्डिंग टू मेडिकेशन ही बंदा रिस्पॉन्ड करता है। हम सोचते हैं खाई जाओ नहीं बोले, कभी कभार वो भी सच बोल रहे होते हैं कि मुझे ज़्यादा लग रहा है या मुझे ऐसा लग रहा है कि नहीं अभी आई नीड टू गेट माई सेल्फ चेक एंड आई नहीं ऐसा कैसे अभी तो हुआ है ये वो। बट ओवरऑल जैसे मैम के साथ मैंने अपने आप को बहुत दिस ईगो थिंग इज़ ऑलवेज देयर इन मैन, ये प्रणब में भी है। ड्राइविंग के लिए वो ही नेवर फोर्सेस कि मैं ड्राइव करूँगा, लेकिन हाँ वो सिंपथी वाला प्रणब में है टैक्टिक्स नो कि तू थक गई है तू रहने दे, तू एक बार देख तो सही, मैं ड्राइव करूँगा, मैं अगर तेरे को ठीक नहीं लगेगा तो फिर मैं रोक दूँगा। तो ये अभी थोड़ा बहुत चल रहा है आजकल, तो उसके लिए मुझे होता है कि नहीं प्रणब थोड़ा रश कम वाली जगह पे, इट इज़ ओनली 1 ईयर सो आई वुड नॉट रेकमेंड हिम टू ड्राइव। सिंस एक दिन इन्होंने ही ट्राइड ऑल्सो, लेकिन ही हिमसेल्फ फेल्ट दैट देयर इज़ नो कंट्रोल इन हिम राइट नाउ एंड ही हिमसेल्फ गेव मी बैक कि नहीं तुम ही चला लो, अभी मेरे को मोड़ने में थोड़ा मुश्किल लग रहा है। याद आ गया इंसिडेंट, गमले तोड़े वन इंसिडेंट आई, यहीं आ रहे थे मेडिसिन लेने के लिए, तो एक नया ढाबा खुला था यहाँ 7th SK7 है, जस्ट व्हेन यू क्रॉस रैया रैया क्रॉस करके आता है। तो हाँ है वो लड़का ऑस्ट्रेलिया से आया था, हमें नहीं पता था तब, वो नए उसने बहुत अच्छे गमले वगैरह लगाए थे, तो शी वेंट इनसाइड, मैंने कहा ट्राई कर दूं सीधी कर दूं, वो फौजी की होती है ना टेढ़ी खड़ी की है, और मैंने कोई क्लच दबाया पता नहीं क्या हुआ, वो गई गमले तोड़ दिए उसके सारे, रोल डाउन कर दिया। अच्छा उसके बाद हमने बता दिया उसको ये एडिक्शन में है ऐसे है, तो अभी इतनी फ्रेंडशिप, वहाँ हम चाय पी के आते हैं, उनके पास बैठ के आते हैं, उसके बाद हमने प्लांट्स दिए उनको भी, ये आप मेरे लगाओ। को था कि आई हैव टू कॉम्पनसेट फॉर हिज लॉस। मतलब मेरे को सबसे बड़ा अच्छा जेस्चर क्या लगा था उस बच्चे का कि मेरे तो आंसू निकल गए उसी टाइम में कि भाई बा ने गाड़ी चलाई और गमले टूट गए, अगले का और दीवार पे भी लग सकती थी, मतलब रुक गई बाई चांस कम अहेड ना। तो मेरे को ये था कि मैं क्या यार आपने, मतलब मेरे को लगा कि हम जा तो अमृतसर ही थे, तो देन आई टोल्ड हिम, आई सेड भी आई एम रियली सॉरी कि ये आपका नुकसान हो गया, बट मैं क्या इनको ड्राइविंग अलाउड नहीं है, पता नहीं एकदम से इनको क्या हुआ कि भी मैं थोड़ी गाड़ी ठीक कर दूँ, मैं वॉशरूम गई हुई थी। ही लिटरली ही एम्ब्रेस्ड मी एंड ही हग्ड मी, ही सेज डोंट वरी इट्स ओके। मैं क्या नहीं यार आई एम फीलिंग बैड, सुबह सुबह मैंने नुकसान कर दिया, हम कहाँ जा रहे हैं, एक चाय का कप पीने आए थे और अगले का तो नुकसान कर दिया मैंने। ही सेज रेस्ट एश्योर्ड इट्स ओके। मैं क्या नो आई विल अगेन यू नो ब्रिंग न्यू प्लांट्स फॉर यू। तो उस दिन से वो एसोसिएशन इतनी स्ट्रांग बनी है कि वो, मतलब मैं इस जर्नी के दौरान इतने अच्छे लोगों को मिल रही हूँ जो मैंने कभी सोचा ही नहीं था। नहीं ये मेरे साथ भी है, क्योंकि यू ट्राई टू बिकम एज ट्रू एज यू कैन, यस, बिकॉज इफ़ यू आर नॉट ट्रू टू योर सेल्फ यू विल नेवर बी ट्रू टू योर पेशेंट। आप अपने पेशेंट का कभी आप उससे भी एक्सपेक्ट करोगे कि वो भी झूठ बोले पब्लिकली जाकर, अगर आप पब्लिकली एक्सेप्ट नहीं कर रहे हो। तो वी वेंट फॉर अ वेडिंग, अभी पास थोड़ा था, इट वॉज अ क्लोज वेडिंग, बट हो जाता ना कि सिंस इट वॉज वहाँ पे कुछ सर्व नहीं हो रहा था इनिशियली, तो मैंने मना कर दिया कि नहीं आपका तो बहुत ज़्यादा, तो वो कहते नहीं हम लोग वी आर वेडिंग सावन के महीने में, हम ब्राह्मण हैं, तो हमने सोचा कि हम वो करेंगे, मतलब टेंपल में करेंगे, वो इस्कॉन टेंपल में वेडिंग थी। एंड सचमुच मैंने और प्रणव ने इनिशियली ही फेल्ट, थोड़ा सा डर लगा क्योंकि ऑब्वियसली मेरे पेरेंट्स वाली तरफ थे, तो उन सब लोग जज करेंगे या कुछ करेंगे, बट इनिशियल चीज़ के बाद ही ऑल्सो स्टार्टेड इन्जॉइंग एंड इट वॉज कंफर्टेबल। हाँ इट वॉज मेरे लिए तो बहुत अच्छा था, मतलब आई फेल्ट दैट प्रणव इज बिकमिंग कॉन्फिडेंट डे बाय डे, फेसिंग पीपल, टॉकिंग टू पीपल एंड मेकिंग हिमसेल्फ अवेलेबल फॉर डिस्कशंस। इनिशियली आप सोचते हो कि मैं इससे बात नहीं करूँगा, इसको पता चल जाएगा, या जो भी होता ही है, अ पर्सन जो बहुत एक्टिव होता है पहले अपनी लाइफ में, और व्हेन ही गोज बैक टू द सेम सिचुएशंस बट विदाउट अ थिंग विच वाज गिविंग हिम कॉन्फिडेंस, तो वो थोड़ा सा वो हो जाता है। एडिक्शन का ऑपोजिट जो है ना वो कनेक्शन ही है। जब आप कनेक्शन बनाने स्टार्ट कर दोगे दैट इज व्हेन यू आर गेटिंग आउट ऑफ एडिक्शन। वो पैसों वाला मैम अभी भी मेरे साथ होता है, ही एम्बैरसेस मी
फिर मुझे ना सचमुच नहीं लगता है, मुझे ऐसा लगता है कि प्रणव यार कोई आंदा है, मेरे को बिल्कुल पैसे नहीं होंगे, मैं कोई बात नहीं प्रणव, उसको मेरा नंबर दे दिया करो, मैं उसको गूगल पे कर दूंगी, मैं उसको पेटीएम कर दूंगी, मैं कैश नहीं दूंगी, तो हो जाता है। मैडम एक एडवाइस है मेरी, एक तो अपने हस्बैंड की ना तो एडिक्शन किसी से कंपेयर करो, ना रिकवरी किसी से कंपेयर करो। हर एक की अपनी पेस में एडिक्शन हुई है, अपनी पेस में रिकवरी होगी, और And there are many things involved. Yeah. There are many other फैक्टर्स medical ऑल्सो, factors या also. इवन फैमिली, अदरवाइज जेनेटिक जो आपकी जैसे अभी बीपी की भी इनकी पहले ही चल रही थी, है ना, हाँ डायबिटीज भी चल तो रही थी, हर एक So, इंडिविजुअल वो के अलग ही different एडिक्शन है अपनी। वो तो लाइफ में भी, लाइफ लेसन्स भी ये हैं कि किसी की लाइफ से आप कंपेयर नहीं कर सकते, क्योंकि यू डोंट नो भी उसकी पेन कितनी है अगले की, हम उसकी खुशी देखते हैं सिर्फ। सो सर आई अंडरस्टैंड टोटली, आई एग्री विद यू, बट लेकिन जो वाइब्स होती है ना वो भी एक तरह की रिकवरी में ही होती हैं, या तो उनकी ट्रेनिंग धीरे धीरे ही हो पाती है। व्हेन आई लुक बैक एट माई सेल्फ, आई हैव ग्रोन अप, मैं अब बहुत एक बेटर पर्सन हूँ, पहले नहीं थी। पहले मैं बहुत लोगों को भी जज कर लेती थी, अब मैं बहुत कम करती हूँ, और मैं कोशिश करती हूँ कि गुस्सा ना करूँ, नहीं आता मुझे गुस्सा। अब प्रणव की को जो वो मुझे पहले होता था, मैं हॉस्पिटल से आती थी ना तो मेरे दोनों बच्चे बाहर निकल के आते थे, अब साथ में प्रणव भी होते हैं, तो आई रियली फील एक दिन तो मैं बहुत रोई, क्योंकि प्रणव बहुत दिनों के बाद ही केम आउट टू सी मी ऑफ नो, जो यूजुअली वो करते होते थे कि अच्छा जा रही है ओके बाय, बीच में वो रिजेंटफुल हो जाता है ना कि ये खुद तो जा रही है मुझे घर में बंद कर रखा हुआ है, पर लेकिन मुझे लगा, मैं 2 बार पूछा आप मुझे बाहर ड्रॉप करने जा रहे हो, कहते हाँ, तो मैं आए तो क्राइड, मैं क्या हो गया आपको, कहते नहीं सब ठीक है, तू चल मैं तेरे को ड्रॉप करके आता हूँ, अच्छे से बाहर ड्रॉप करके आए। तो चेंजेस वही जो कहते हैं ना माइक्रो चेंजेस, वो आपको कभी नहीं दिखते, क्योंकि आपके अपने दिमाग में फितूर होता है मेरा पति पीछे रह गया, वो हम रिकवरी में भी कभी रेसेस लगा लेते हैं, पर लेकिन अगर आप अपने आप को जब आप अंदर से सेल्फ एनालाइज करते, फिर आप कहते हैं आई वॉज मिसिंग इतनी चीज़ें, ये छोटी छोटी चीज़ें आई वॉज मिसिंग। तो बहुत बड़ी चीज़ है ये कि ही केम आउट टू सी मी ऑफ, नाउ ही कॉल्स मी अप समटाइम्स, प्रणव का फ़ोन बजना इज़ समथिंग फॉर मी, नो कि प्रणव आ रहा है, नहीं तो ही वॉज नेवर कॉलिंग फ्रॉम लास्ट 1 year, आई हैव नेवर रिसीव्ड माई हस्बैंड्स कॉल, नहीं तो यूजुअली पहले मैं खाना बना कर आती थी, यूज टू टेक्स्ट मी कि फूड वॉज वेरी टेस्टी थैंक यू, ऐसा वाला, और अभी तो कुछ ऐसा है ही नहीं है, दिस नथिंग लाइक दैट, तो यू स्टार्ट मिसिंग दोज थिंग्स, एंड व्हेन दे कम बैक, जब वो वापस आती हैं तो आपको और भी ज़्यादा अच्छा लगता है, आपको वो रियल वाला अच्छा है, एक अंदर से आपको यू फील बहुत ऐसा वाला कि हाँ एवरीथिंग इज़ फाइन, धीरे धीरे ठीक हो जाएगा, और थोड़ा थोड़ा कॉन्फिडेंस बिल्ड होता है, फिर धीरे धीरे गुस्सा भी कम होना शुरू हो जाता है। That's right. You. Next you. Yeah. ਬਲਜੀਤ ਭੈਣ ਜੀ ਨੇ ਨਾ ਨਰਮਤਾ ਮੈਡਮ ਦੀ ਗੱਲ ਕੀਤੀ ਆ, ਮੈਂ ਦੇਖਦਾ ਨਰਮਤਾ ਮੈਡਮ ਸਾਰਿਆਂ ਨਾਲ ਮਤਲਬ ਕਿ ਸਾਰਿਆਂ ਦੀ ਹੈਲਪ ਕਰਦੇ ਆ, ਪਰ ਅੱਗੋਂ ਲੋਕੀ ਹੈਲਪ ਲੈਂਦੇ ਨਹੀਂ। ਜਿਹੜਾ ਇੱਥੇ ਕੋਈ ਪੇਸ਼ੈਂਟ ਆਉਂਦਾ ਨਾ, ਡਾਕਟਰ ਪਹਿਲਾਂ ਦੇਖਦਾ ਹੈ ਵੀ ਇਹਦੀ ਫੈਮਿਲੀ ਦੀ ਕਪੈਸਿਟੀ ਕਿੰਨੀ ਹੈ, ਡਾਕਟਰ ਇਹ ਚੀਜ਼ ਤੋਂ ਡਿਸਾਈਡ ਕਰਦਾ, ਜੱਜ ਕਰਦਾ ਵੀ ਇਹ ਬੰਦਾ ਠੀਕ ਹੁੰਦਾ ਹੋ ਸਕਦਾ ਕਿ ਨਹੀਂ ਹੋ ਸਕਦਾ। ਜੇ ਤਾਂ ਫੈਮਿਲੀ ਥੋੜ੍ਹੀ ਜਿਹੀ ਹੈਗੀ ਗੱਲ ਮੰਨਣ ਵਾਲੀ, ਸਮਝਣ ਵਾਲੀ, ਸਰੈਂਡਰ ਕਰਨ ਵਾਲੀ, ਅਸੈਪਟ ਕਰਨ ਵਾਲੀ, ਡਾਕਟਰ ਦੇ ਹਿਸਾਬ ਨਾਲ ਚੱਲਣ ਵਾਲੀ, ਇਲਾਜ ਦੇ ਹਿਸਾਬ ਨਾਲ ਚੱਲਣ ਵਾਲੀ, ਤਾਂ ਸਾਰੇ ਬੜਾ ਜ਼ੋਰ ਲਾਉਂਦੇ ਆ। ਨਰਮਤਾ ਮੈਡਮ ਨੇ ਭੈਣ ਜੀ ਸਾਰਿਆਂ ਨੇ ਕੀਤਾ, ਪਰ ਲੋਕਾਂ ਨੇ ਹੈਲਪ ਲਈ ਨਹੀਂ, ਲੋਕਾਂ ਨੇ ਹੈਲਪ ਨਹੀਂ ਲਈ, ਲੋਕਾਂ ਨੇ ਆਪਣੀ ਈਗੋ ਅਤੇ ਆਪਣੀ ਸਿਆਣਪ ਛੱਡੀ ਨਹੀਂ, ਐਂਡ ਹੋਰ ਹੀ ਤਰੀਕੇ ਨਾਲ ਉਹ ਚੀਜ਼ ਨੂੰ ਲੈ ਲਿਆ। ਉਹ ਚੀਜ਼ ਨੇ ਤੁਹਾਡਾ ਫਾਇਦਾ ਕਰਨਾ ਸੀ, ਪਰ ਤੁਹਾਡਾ ਆਪਣਾ ਦਿਮਾਗ ਹੀ ਉਸੇ ਚੀਜ਼ ਨੂੰ ਤੁਹਾਡੇ ਬਰਖਲਾਫ ਕਰ ਦਿੰਦਾ, ਫਿਰ ਉਹ ਮਤਲਬ ਕਿ ਨਹੀਂ ਉਹਨਾਂ ਦੀ ਗੱਲ ਸਮਝ ਆਉਂਦੀ। ਹਾਂ ਸਰ ਵਿੱਚ ਕੁਐਸਚਨ ਹੈ,
एक क्वेश्चन पूछा ऑनलाइन लाइव में, हाउ लॉन्ग सुपर डैड वाज इन रिहैब? ਹਾਂਜੀ I am officially 3 months, 100 days, full course I have done, but I am still in rehab. I come whenever I want. This is my home now, second home. ਕਹਿੰਦਾ ਮਤਲਬ ਵੀ 3 ਮਹੀਨੇ ਤੋਂ ਬਾਅਦ ਤੁਸੀਂ ਫੋਲੋ ਅਪ ਤੇ ਹੀ ਜੇ ਹਾਂਜੀ ਕਿਹੜੀ ਯੂਰ ਫੋਲੋ ਅਪ? ਹਾਂ, ਮੈਂ ਹੁਣ ਵੀ ਆ ਜਾਂਦਾ ਜਦੋਂ ਸਾਡਾ ਜੀ ਕਰਦਾ ਅਸੀਂ ਆ ਜਾਂਦੇ ਹਾਂ ਇੱਥੇ। ਹਾਂਜੀ ਦੇਖੋ ਨਹੀਂ ਉਦੋਂ ਵੀ ਬਹੁਤ ਲੰਬਾ ਟਾਈਮ 10 days we used to be off, 15 days we used to be in the rehab, 20 days we used to be in the rehab. I will give an example. 3 साल रिकवरी के बीच में जब मैं 4 साल बाद एक दिन मैंने इसको बोला भी आई वांट टू गो एंड मीट डॉक्टर साहब, तो आ गए यहाँ पे। तो डॉक्टर साहब नू मैं क्या डॉक्टर साहब मैनू रिलैप्स होने वाला है मेरा। वो कहते तुहानू किद्दां पता लगा रिलैप्स होने वाला? उन्होंने इन्हों बाहर भेजता, कहते कर्नल साहब मैनू दस दो जे कुछ स्लिप हो गया है, ड्रिंक हो गई है तो मैनू दस दो। मैं कहते नहीं होई नहीं है जे पर होने वाला है। कहते तुहानू पता किद्दां लगा भी होने वाला है? मैं कहा जी जदों हुण 4 साल हो गए जदों ठेके के सामने लंघदा मैनू लगता भी वो फलाना बंदा अजे भी ठेके 'च ही बैठा, उन्होंने जाके सुधारा ठीक करा, तो मेरा दिमाग मैनू लैके जा रहा भी उन्होंने सुधारन की जगह किते मैं ना फिर दोबारा हो जा। कहते अच्छा 10 दिन ला जाओ इत्थे हरमिटेज। कहते पर उदां तुसीं शेयरिंग लई आने हो तो कोई चार्जिज नहीं, पर ये 10 दिन ते तुहानू पूरे बराबर वो करना पैना है, क्योंकि इलाज लई तुहानू सैक्रीफाइस करना ही पैना कुछ ना कुछ। मैं कहा जी ठीक है बिल्कुल। वो 10 दिन फिर मैं ला के गया। तो मेरा कहने का मतलब ये है कि रिलैप्स जिद्दां कहते हैं ना भी इत्थे भी कई बार सिखाते हैं भी 1 मिनट तुसीं ਉਹਨੂੰ ਮਨ ਨੂੰ ਆਪਣੇ ਨੂੰ ਮਾਰ ਲਓ ਤੇ ਹੋ ਜੂ। ਰਿਲੈਪਸ ਵੀ ਸਟੇਜਸ 'ਚ ਹੁੰਦਾ। ਪਹਿਲਾਂ ਤੁਹਾਨੂੰ ਮੈਂਟਲ ਸਟੇਜ ਆਉਂਦੀ ਹੈ, ਜਿੱਦਾਂ ਉਹ ਕਹਿੰਦੇ ਹਾਰਟ ਅਟੈਕ, ਅਨਲੈਸ ਇਟ ਇਜ਼ ਸਡਨ। ਉਹ ਤੁਹਾਨੂੰ ਬਾਡੀ ਤੁਹਾਡੀ ਸਿੰਪਟਮਸ ਦੱਸਦੀ ਹੈ ਵੀ ਤੁਹਾਨੂੰ ਕੋਈ ਗੜਬੜ ਹੋਣ ਵਾਲੀ ਹੈ। ਭਾਵੇਂ ਸਿਰ ਦਰਦ ਹੋਵੇ, ਵੱਡੀ ਬਿਮਾਰੀ ਤੋਂ ਪਹਿਲਾਂ ਕੁਝ ਪੇਟ ਦਰਦ ਹੋਵੇ, ਉਹ ਸਿੰਪਟਮਸ ਤੁਹਾਨੂੰ ਰਿਲੈਪਸ 'ਚ ਵੀ ਆਉਂਦੇ ਆ। ਤੇ ਉਹ ਜੇ ਸਮਝ ਜਾਓ ਤੁਸੀਂ ਆਪਣੀ ਬਾਡੀ ਨੂੰ ਤੇ ਉਹ ਬੰਦਾ ਇਲਾਜ ਉਦੋਂ ਕਰਾ ਲਵੇ ਤੇ ਇਟ ਇਜ਼ ਆਲਵੇਜ਼ ਬੈਟਰ। ਹੈਲਪ ਮੰਗ ਲੈ ਹੈਲਪ। ਜਸਬੀਰ ਸਰ ਦਾ ਨੰਬਰ ਸਰ ਹਮੇਸ਼ਾ ਅਵੇਲੇਬਲ ਹੁੰਦਾ ਸੀ 24/7। ਸਰ ਨੇ ਕਿਹਾ ਸੀ ਜਦੋਂ ਵੀ ਤੁਹਾਨੂੰ ਕੁਛ ਵੀ ਰਾਤੀ 12 ਵਜੇ ਵੀ ਕਹਿੰਦੇ ਕੰਮ ਕਰ ਲਓ, ਤੁਸੀਂ ਕੋਈ ਪ੍ਰੋਬਲਮ ਆਉਂਦੀ ਹੈ ਫੋਨ ਖੜਕਾਓ। ਇੱਕ ਦਿਨ ਮੈਂ ਵੀਡੀਓ ਕਾਲ ਕੀਤੀ, ਇਹਨਾਂ ਨੇ ਯੋਗਾ ਕਰਦੇ ਕਰਦੇ ਮੇਰੇ ਨਾਲ ਗੱਲ ਕੀਤੀ। ਇਹ ਯੋਗਾ ਦੀ ਆਪਣੀ ਮੂਵੀ ਬਣਾਉਂਦੇ ਸੀ, ਉਹਦੇ 'ਚ ਹੀ ਆ ਗਿਆ ਤੇ ਉਹਨਾਂ ਨੇ ਮੇਰੇ ਨਾਲ ਪੂਰੀ ਗੱਲ ਵੀਡੀਓ ਤੇ ਕਾਲਿੰਗ ਤੇ ਕੀਤੀ। ਮੈਨੂੰ ਅਜੇ 1.5 ਸਾਲ ਹੀ ਹੋਇਆ ਸੀਗਾ ਰਿਕਵਰੀ 'ਚ। So he was always available, always.